ਕਦੋਂ ਪਤਾ ਲੱਗਿਆ ਕਿ ਤੁਹਾਨੂੰ ਕੈਂਸਰ ਹੋ ਗਿਆ? ਮੈਨੂੰ ਤਾਂ ਜੀ 2 ਸਾਲਾਂ ਬਾਅਦ ਪਤਾ ਲੱਗਿਆ। ਸਾਡਾ ਤਾਂ ਕਿਸੇ ਨੇ ਨਹੀਂ ਸਾਰ ਲੈਤੀ, ਨਾ ਪਿੰਡ ਦੇ ਨੇ ਲੈਤੀ, ਨਾ ਕਿਸੇ ਨੇ ਸਰਕਾਰਾਂ ਨੇ ਲੈਤੀ। ਕਹਿਣਾ ਚਾਹੋਗੇ ਕੁਝ ਨਹੀਂ? ਸਾਡੇ ਤਾਂ ਸਹਾਇਤਾ ਹੋ ਜੇ ਕੁਝ। ਪਲੀਜ਼ ਤੁਸੀਂ ਰੋਵੋ ਨਾ, ਕਿਉਂਕਿ ਇਹ ਜਿਹੜੀਆਂ ਦੁੱਖ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ, ਰੋਵੋ ਨਾ ਤੁਸੀਂ, ਰੋਵੋ ਨਾ ਪਲੀਜ਼। ਘਰ ਦਾ ਖਰਚਾ ਤੁਹਾਡੀ ਮਾਤਾ ਕਹਿੰਦੇ ਤੁਹਾਡੇ ਸਿਰ ਤੋਂ ਹੀ ਚੱਲਦਾ ਸਾਰਾ? ਹਾਂ ਵੀਰੇ, ਮੈਨੂੰ ਲੈ ਜਾਂਦੇ ਨੇ ਵੀ ਕੰਮ ਤੋਂ। ਇਸ ਦੇਸ਼ 'ਚ ਗਰੀਬ ਹੋਣਾ ਇੱਕ ਗੁਨਾਹ ਹੈ, ਕਿਉਂਕਿ ਜੇ ਤੁਸੀਂ ਗਰੀਬ ਹੋ ਨਾ ਤਾਂ ਤੁਸੀਂ ਆਪਦੇ ਜੋ ਵੀ ਅਰਮਾਨ ਆ ਉਹ ਪੂਰੇ ਕਰ ਸਕਦੇ ਹੋ। ਜੇ ਤੁਹਾਡੇ ਤੇ ਕੋਈ ਦਿੱਕਤ ਆ ਗਈ ਤਾਂ ਫਿਰ ਬਹੁਤ ਦਿੱਕਤਾਂ ਹੋਰ ਵੀ ਤੁਹਾਨੂੰ ਘੇਰ ਲੈਂਦੀਆਂ ਨੇ। ਜੇ ਤੁਸੀਂ ਬਿਮਾਰ ਹੋ ਗਏ ਤਾਂ ਫਿਰ ਦਿੱਕਤਾਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ ਨੇ, ਕਿਉਂਕਿ ਗਰੀਬ ਹੋਣਾ ਸਾਡੇ ਦੇਸ਼ ਦੇ ਵਿੱਚ ਇਹ ਕਹੀਏ ਕਿ ਇੱਕ ਗੁਨਾਹ ਹੈ। ਕਿਉਂਕਿ ਨਾ ਤਾਂ ਸਰਕਾਰਾਂ ਪੱਲਾ ਫੜਾਉਂਦੀਆਂ, ਕਿਉਂਕਿ ਜਦੋਂ ਕੋਈ ਬੰਦਾ ਗਰੀਬ ਆਪਦਾ ਇਲਾਜ ਕਰਾਉਣ ਵਾਸਤੇ ਜਾਂਦਾ ਤਾਂ ਸਰਕਾਰੀ ਹਸਪਤਾਲਾਂ ਦੇ ਚੱਕਰ ਕੱਢਦਾ ਮਰ ਜਾਂਦਾ, ਔਰ ਜੇ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦਾ ਤਾਂ ਲੱਖਾਂ ਰੁਪਏ ਦਾ ਬਿੱਲ ਬਣ ਜਾਂਦਾ। ਅੱਜ ਅਸੀਂ ਅਕਬਰਪੁਰ ਖੁੜਾਲ ਪਿੰਡ ਦੇ ਵਿੱਚ ਮੌਜੂਦ ਹਾਂ, ਜੋ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਹੈ। ਬਹੁਤ ਸਾਰੇ ਲੋਕ ਕੈਂਸਰ ਦੇ ਸ਼ਿਕਾਰ ਨੇ, ਇੱਥੇ ਆਪਦਾ ਇਲਾਜ ਲੋਕ ਕਰਾ ਰਹੇ ਨੇ, ਲੱਖਾਂ ਰੁਪਏ ਖਰਚ ਕੇ ਲੋਕ ਇਲਾਜ ਕਰਾ ਰਹੇ ਆ, ਦਿਹਾੜੀ ਮਜ਼ਦੂਰੀ ਕਰਕੇ ਆਪਦਾ ਪੇਟ ਪਾਲ ਰਹੇ ਆ। ਪਰ ਕਿਸ ਤਰ੍ਹਾਂ ਉਹ ਲੋਕ ਪੈਸੇ ਇਧਰੋਂ ਉਧਰੋਂ ਇਕੱਠੇ ਕਰਕੇ ਆਪਣਾ ਜੁਗਾੜ ਲਗਾ ਕੇ ਆਪਣਾ ਇਲਾਜ ਵੀ ਕਰਾ ਰਹੇ ਆ, ਪਰ ਸਰਕਾਰਾਂ ਵੱਲੋਂ ਜਿੱਦਾਂ ਕਿ ਹਰ ਪਾਸਿਓਂ ਲੋਕ ਨਿਰਾਸ਼ ਹੀ ਨੇ, ਉਸੇ ਤਰ੍ਹਾਂ ਹੀ ਇੱਥੋਂ ਦੇ ਲੋਕ ਵੀ ਨਿਰਾਸ਼ ਨਜ਼ਰ ਆ ਰਹੇ ਆ। ਮੇਰੇ ਨਾਲ ਗੁਰਮੀਤ ਕੌਰ ਹੁਣੀ ਨੇ, ਮਾਤਾ ਜੀ, ਜਿਨ੍ਹਾਂ ਦੇ ਕਿ ਕੈਂਸਰ ਹੈ, ਉਹਨਾਂ ਨੂੰ ਉਹਨਾਂ ਦੇ ਪਤੀ ਨੂੰ ਵੀ ਬਿਮਾਰੀ ਹੋਈ, ਉਸ ਤੋਂ ਬਾਅਦ ਉਹਨਾਂ ਦੀ ਲੱਤ ਕੱਟਣੀ ਪਈ, ਔਰ ਇਹ ਇਕੱਲੇ ਹੀ ਨੇ ਜੋ ਆਪਣੇ ਪਰਿਵਾਰ ਦਾ ਪੇਟ ਵੀ ਪਾਲ ਰਹੇ ਨੇ ਦਿਹਾੜੀ ਮਜ਼ਦੂਰੀ ਕਰਕੇ। ਮਾਤਾ ਜੀ, ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੂੰਗਾ, ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਇਲਾਕੇ ਦੇ ਵਿੱਚ ਕੈਂਸਰ ਹੈ, ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਤੁਹਾਨੂੰ ਬਿਮਾਰੀ ਹੋ ਗਈ ਹੈ? ਇਹ ਜੀ ਮੈਨੂੰ ਤਾਂ ਪਹਿਲਾਂ ਨਾ ਪਤਾ ਨਹੀਂ ਲੱਗਦਾ ਸੀਗਾ, ਮੈਂ ਤੁਰੀ ਫਿਰਦੀ ਰਹਿੰਦੀ ਸੀ। ਮੈਂ ਕਹਿੰਦੀ ਸੀ ਵੀ ਗੱਠ ਆ, ਚੱਲ ਮਾੜੀ ਮੋਟੀ ਆਪੇ ਠੀਕ ਹੋ ਜਾਊਗੀ। ਜਦ ਜੀ ਮੇਰੀ ਜਮਾਂ ਢੂਈ ਜਾ ਕਰਨ ਲੱਗ ਗਈ ਨਾ, ਮੈਂ ਬੈਠਣੋਂ ਉੱਠਣੋਂ ਵੀ ਰਹਿ ਗਈ ਸੀ। ਫਿਰ ਮੈਂ ਹੌਲੀ ਹੌਲੀ ਮੈਂ ਇਹਨਾਂ ਨੂੰ ਘਰੇ ਆਖਿਆ, ਮੈਂ ਜੇ ਤੁਸੀਂ ਜਾਣਾ ਜਾਓ ਮੇਰੇ ਨਾਲ, ਨਹੀਂ ਮੈਂ ਕਿਸੇ ਨੂੰ ਲੈ ਕੇ ਵੀ ਮੈਂ ਜਾਊਂਗੀ ਕਿਤੇ ਆਪਦਾ ਇਲਾਜ ਕਰਾਉਣਾਗਾ। ਫਿਰ ਮੈਂ ਗਈ ਸੰਗਰੂਰ ਲੈ ਕੇ 2-3 ਜਣਿਆਂ ਨੂੰ। ਫਿਰ ਉੱਥੇ ਮੈਂ ਜਾ ਕੇ ਮੇਰਾ ਟੈਸਟ ਕਰਵਾਏ, ਜਦੋਂ ਮੈਂ ਜਾਂਦੀ ਰਹੀ 2-3 ਮਹੀਨੇ। ਫਿਰ ਉਹਨਾਂ ਟੈਸਟ ਕਰਾ ਕੇ ਮੇਰੇ ਟੈਸਟਾਂ 'ਚ ਇਹ ਆ ਗਿਆ ਸੀ, ਮੈਨੂੰ ਕਹਿੰਦੇ ਵੀ ਕੈਂਸਰ ਦੀ ਸ਼ਿਕਾਇਤ ਹੈ ਇਹਨੂੰ। ਅਤੇ ਫਿਰ ਮੈਂ ਉਹਨਾਂ ਨੇ ਟੈਸਟ 2 ਮਹੀਨੇ ਅਸੀਂ ਫਿਰਦੇ ਰਹੇ, 2 ਮਹੀਨੇ ਮੇਰੇ ਟੈਸਟ ਹੁੰਦੇ ਰਹੇ। ਇੱਕ ਟੈਸਟ ਰਹਿ ਗਿਆ ਮੇਰਾ ਫਰੀਦਕੋਟ ਦਾ ਪਾਤਾ ਉਹਨਾਂ ਨੇ। ਉਹ ਕਹਿੰਦੇ ਵੀ ਨਹੀਂ ਲੁਧਿਆਣੇ ਜਾਓ, ਨਹੀਂ ਜਾਓ ਉੱਥੇ ਚੰਡੀਗੜ੍ਹ ਜਾਓ, ਵੀ ਹੋਰ ਕਿਤੇ ਟੈਸਟ ਨਹੀਂ ਪੈਂਦਾ ਹੈਗਾ, ਨਹੀਂ ਫਰੀਦਕੋਟ ਹੋਊਗਾ ਤੁਹਾਡਾ ਟੈਸਟ। ਫਿਰ ਅਸੀਂ ਫਰੀਦਕੋਟ ਚਲੇ ਗਏ, ਉੱਥੇ ਮੇਰਾ ਟੈਸਟ ਹੋ ਗਿਆ। ਉੱਥੇ ਫਿਰ ਮੈਨੂੰ ਕਹਿਣ ਲੱਗੇ ਬਹੁਤ ਲੋਕ ਵੀ ਇੱਥੇ ਠੀਕ ਇਲਾਜ ਬਣੂਗਾ ਤੁਹਾਡਾ, ਵੀ ਤੁਸੀਂ ਇੱਥੇ ਆਇਆ ਕਰੋ। ਅਸੀਂ ਉੱਥੇ ਜਾਣ ਲੱਗ ਗਏ ਜੀ। ਉੱਦੇ ਦੀ ਮੈਂ ਠੀਕ ਹਾਂ, ਮੇਰੇ ਕੀਮੋ ਵੀ ਲੱਗੀ 6 ਮਹੀਨੇ, ਅਤੇ ਮੇਰੇ ਸਾਰਾ ਕੁਛ ਉੱਥੇ ਮੇਰਾ ਹੋਇਆ, ਆਪਰੇਸ਼ਨ ਵੀ ਹੋਇਆ। ਸਾਲ ਪਹਿਲਾਂ ਦੀ ਗੱਲ ਹੈ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਕੈਂਸਰ ਹੋ ਗਿਆ? ਮੈਨੂੰ ਤਾਂ ਜੀ 2 ਸਾਲਾਂ ਬਾਅਦ ਪਤਾ ਲੱਗਿਆ। ਨਹੀਂ, ਹੁਣ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਇਹ 4 ਸਾਲ ਪਹਿਲਾਂ ਦੀ ਗੱਲ ਹੈ। 4 ਸਾਲ? ਹਾਂ, 4 ਸਾਲ ਪਹਿਲਾਂ ਦੀ ਗੱਲ ਹੈ। ਫਿਰ ਜੀ ਮੈਂ ਉੱਥੇ 6 ਮਹੀਨਿਆਂ ਵਾਂਗੂ ਅਸੀਂ ਰਹੇ। ਮੇਰਾ ਜਦ ਆਪਰੇਸ਼ਨ ਹੋਇਆ, ਆਪਰੇਸ਼ਨ ਹੋ ਕੇ ਫਿਰ ਜੇ ਆਪਰੇਸ਼ਨ ਕਰਾ ਕੇ ਮੈਨੂੰ ਡਾਕਟਰ ਨੇ, ਮੇਰੇ ਟਾਂਕੇ ਟੂੰਕੇ ਖੁੱਲ੍ਹ ਗਏ ਸੀ ਖਾਸੇ, ਵਾਧਾ ਵੱਧ ਗਿਆ। ਫਿਰ ਅਸੀਂ 1-2 ਮਹੀਨੇ ਬੈਠੇ ਰਹੇ ਉੱਥੇ। ਫਿਰ ਅਸੀਂ ਨੇ ਜਦੋਂ ਟਾਂਕੇ 2 ਵਾਰ ਲਵਾਏ, ਅਸੀਂ 15-20 ਦਿਨਾਂ ਬਾਅਦ ਟਾਂਕੇ ਲਾਏ ਮੇਰੇ ਉੱਥੇ। ਫਿਰ ਅਸੀਂ ਮਹੀਨੇ ਵਾਂਗੂ ਫਿਰ ਰਹੇ। ਫਿਰ ਅਸੀਂ ਉਦੋਂ ਬਾਅਦ ਅਸੀਂ ਕਿਸੇ ਛੁੱਟੀ ਦੇ ਦਿੱਤੀ, ਸਾਨੂੰ ਡਾਕਟਰ ਕਹਿੰਦੇ ਛੁੱਟੀ ਦੇ ਦਈਏ ਤੁਹਾਨੂੰ। ਮੈਂ ਆਖਿਆ ਜੀ ਅਸੀਂ ਨਹੀਂ ਛੁੱਟੀ ਲੈਣੀ ਹੈਗੀ, ਮੈਂ ਕਿਹਾ ਅਸੀਂ ਤਾਂ ਇੱਥੇ ਹੀ ਰਹਿਣਾਗਾ, ਸਾਡਾ ਬਾਹਲਾ ਦੂਰ ਪਿੰਡ ਆ, ਵੀ ਅਸੀਂ ਆ ਨਹੀਂ ਸਕਦੇ ਹੈਗੇ। ਉਹਨਾਂ ਨੇ ਜਦੋਂ ਸਾਨੂੰ ਕਹਿਤਾ ਵੀ ਛੁੱਟੀ ਅੱਜ ਤੁਹਾਨੂੰ ਦੇ ਦਿੰਦੇ ਆ, ਵੀ ਤੁਸੀਂ ਠੀਕ ਠਾਕ ਆ, ਵੀ ਤੁਸੀਂ 8 ਦਿਨਾਂ ਬਾਅਦ ਆਈਆਂ, ਤੁਹਾਨੂੰ ਫਿਰ ਟਾਂਕੇ ਕੱਟਾਂਗੇ, ਨਾਲੇ ਤੁਹਾਨੂੰ ਦੱਸਾਂਗੇ। ਫਿਰ ਅਸੀਂ 8 ਦਿਨਾਂ ਬਾਅਦ ਫਿਰ ਤੁਰੇ ਗਏ ਅਸੀਂ। ਫਿਰ ਸਾਨੂੰ ਡਾਕਟਰ ਨੇ ਟਾਂਕੇ ਕੱਟੇ, ਸਾਨੂੰ ਕਹਿੰਦਾ ਡਾਕਟਰ ਵੀ ਠੀਕ ਆ। ਫਿਰ ਅਸੀਂ ਉਹਦੇ ਕੋਲੇ ਡਾਕਟਰ ਕੋਲੇ ਗਏ, ਕੈਂਸਰ ਵਾਲੇ ਜਿਹੜਾ ਡਾਕਟਰ ਉਸ ਕੋਲੇ ਗਏ। ਉਹਦੇ ਕੋਲੇ ਅਸੀਂ ਸੇਕੇ ਲਵਾਉਣ ਵਾਸਤੇ ਗਏ। ਉਹ ਕਹਿੰਦੀ ਵੀ 8 ਦਿਨ ਤੁਹਾਨੂੰ ਹੋਰ ਦਿੱਤੇ, ਵੀ ਤੁਸੀਂ 8 ਦਿਨਾਂ ਬਾਅਦ ਹਜੇ ਟਾਂਕੇ ਵੀ ਉਹ ਨੇਗੇ ਹਜੇ, ਵੀ ਫਿਰ ਆਈਆਂ ਤੁਸੀਂ, ਵੀ ਟਾਂਕੇ ਲੋਟ ਹੋ ਗਏ ਜਦੋਂ, ਫਿਰ ਤੇਰੇ ਸੇਕੇ ਲਾਵਾਂਗੇ। ਫਿਰ ਜੀ ਉਹਨਾਂ ਨੇ ਮੇਰੇ 16-17 ਸੇਕੇ ਲਾਏ। ਫਿਰ ਅਸੀਂ ਉੱਥੇ ਹੀ ਰਹੇ। ਜਦੋਂ ਉਹਨਾਂ ਨੇ ਮੇਰੇ ਸੇਕੇ ਲਾਏ ਜੀ, ਫਿਰ ਮੈਂ ਉਰੇ ਘਰੇ ਪਈ ਰਹਿੰਦੀ ਸੀ ਬਸ, ਮੈਂ ਤਾਂ ਹੁੰਦਾ ਤਾਂ ਕੁਛ ਨਹੀਂ ਸੀ ਜੀ। ਫਿਰ ਵੀ ਮੈਂ 1-2 ਸਾਲ ਵਾਂਗੂ ਪਈ ਰਹੀ। ਜਦੋਂ ਮੇਰਾ ਹੁਣ ਜਿਵੇਂ ਬੁਰਾ ਹਾਲ ਹੋ ਗਿਆ, ਫਿਰ ਜੀ ਮੈਂ ਫਿਰ ਵੀ ਹਾਰ ਕੇ ਉੱਤੇ ਚੱਕਿਆ। ਫਿਰ ਆ ਮੇਰੇ ਜਵਾਖੜੀਆਂ ਨੂੰ ਹੁਣ ਕਿਸੇ ਦੀਆਂ ਕੀ ਲੱਗੀਆਂ, ਫਿਰ ਵੀ ਹੁਣ ਮੈਂ ਜਵਾਖੜੀਆਂ ਦੇ ਨਾਲ ਫਿਰਦੀ ਹਾਂ। ਉੱਦਾਂ ਦੀ ਮੈਂ ਕਰਨਾ ਪੈਂਦਾ ਥੋੜ੍ਹਾ ਬਹੁਤਾ, ਜਦੋਂ ਮੈਨੂੰ ਦਿੱਕਤ ਆ ਜਾਂਦੀ ਮੈਂ ਬਹਿ ਜਾਂਦੀ ਹਾਂ, ਨਹੀਂ ਮੈਂ ਘਰੇ ਰਹਿ ਜਾਂਦੀ ਹਾਂ। ਕੰਮਕਾਜ ਕੀ ਕਰਦੇ ਹੋ? ਜਿੱਦਾਂ ਤੁਸੀਂ ਦੱਸਿਆ ਕਿ ਲੱਖਾਂ ਰੁਪਏ ਖਰਚ, ਕਿੰਨੇ ਪੈਸੇ ਖਰਚ ਕੀਤੇ ਆ ਤੁਸੀਂ? ਹੁਣ ਤੂੰ ਲਾ ਲਾ, ਕੁਛ ਨਹੀਂ ਕਰਿਆ ਗਿਆ। ਮੇਰੇ ਤਾਂ ਪਸ਼ੂ ਰੱਖਦੀ ਸੀ ਮੈਂ, ਤਾਂ ਵੇਚ ਉਹ ਵੀ ਆਪਦੇ ਲਾਤੇ। ਹੁਣ ਤਾਂ ਮੇਰੇ ਕੋਲ ਕੁਛ ਵੀ ਨਹੀਂ ਹੈਗਾ। ਹੁਣ ਮੈਂ ਇੱਥੇ ਬਣਦਾ ਨਹੀਂ ਹੈਗਾ, ਮੈਂ ਪਸ਼ੂ ਕੀ ਕਰਾਂ? ਮੈਂ ਜਿਹਦੇ ਦੇਣਾ ਲੈਣਾ ਲੋਕਾਂ ਦਾ, ਜਿਹੜਾ ਤੈਨੂੰ ਪਤਾ ਅਗਲਾ ਮੰਗਦਾ ਹੈਗਾ। ਹੁਣ ਕੀ ਕਰੀ, ਕਾਹਦੇ ਸਾਰੇ ਬੈਠੀਏ? ਬੈਠ ਨਹੀਂ ਸਕਦੀ ਜੀ। ਹੁਣ ਦੇਣਾ ਲੈਣੇ ਵਾਲੇ ਤਾਂ ਫਿਰ ਬਾਹਰ 'ਚ ਆਉਂਦੇ ਨੇ ਨਾ, ਰਿਸ਼ਤੇਦਾਰ ਨਹੀਂ ਛੱਡਿਆ ਕੋਈ, ਆਪਦਾ ਭੈਣ ਭਾਈ ਕੋਈ ਨਹੀਂ ਛੱਡਿਆ ਹੈਗਾ।
ਸਾਰਿਆਂ ਦੇ ਮੂਹਰੇ ਅਰਦਾਸ ਕਰ ਕਰਕੇ ਦੇਖ ਲਈ, ਵਿਚਾਰਿਆਂ ਨੇ ਬਥੇਰਾ ਇਲਾਜ ਕਰਾਇਆ ਮੇਰਾ, ਨਾਲ ਵੀ ਤੁਰਦੇ ਨੇ ਜਿਹੜਾ ਕੋਈ ਕਿਸੇ ਨੂੰ ਕਹਿ ਜਾਂਦੇ ਆ, ਪਰ ਕੋਈ ਘਰ ਦਾ ਨਾਲ ਨਹੀਂ ਤੁਰਦਾ ਹੈਗਾ, ਦੂਜੇ ਫਿਰ ਵੀ ਠੀਕ ਨੇਗੇ। ਹੋਰ ਇਲਾਜ ਤੇ ਜੀ ਮੇਰੇ ਲੱਗ ਗਿਆ ਹੁਣ ਲੱਖ 1.5 ਲੱਖ ਰੁਪਈਆ। ਸਾਨੂੰ ਤਾਂ ਬਹੁਤ ਦਿੱਕਤ ਆ ਜੀ, ਉਦੋਂ ਪਹਿਲਾਂ ਅਸੀਂ ਇਹ 'ਤੇ ਫਿਰਦੇ ਰਹੇ, ਮੇਰੇ ਘਰ ਵਾਲੇ 'ਤੇ, ਫਿਰ ਮੇਰਾ ਆਪਦਾ ਦੁੱਖ ਹੋ ਗਿਆ। ਹੁਣ ਇਹ 'ਤੇ ਤੇਰੇ ਸਾਹਮਣੇ 6 ਮਹੀਨੇ ਸਾਲ ਵਾਂਗੂ ਸਾਨੂੰ ਉੱਥੇ ਬੈਠੇ ਰਹੇ ਪਟਿਆਲੇ, 3 ਵਾਰੀ ਆਪਰੇਸ਼ਨ ਹੋਇਆ ਇਹਦੀ ਲੱਤ ਦਾ, 3 ਵਾਰੀ ਆਪਰੇਸ਼ਨ ਨਾਲ ਦੇਖ ਲਾ ਤੂੰ ਕਿੰਨੀ ਦਿੱਕਤ ਆਉਂਦੀ ਹੈ। ਪਹਿਲਾਂ ਸਾਡਾ ਤਾਂ ਉਹੀ ਨਹੀਂ ਲੈਣਾ ਦੇਣਾ, ਉੱਤਰ ਰਾਤੀ ਜੀ ਰਹਿੰਦਾ ਹੁੰਦਾ। ਹੁਣ ਮੇਰਾ ਆਪਦਾ ਬੁਰਾ ਹਾਲ ਹੈ। ਹੁਣ ਵਕਤ ਜਾਂਦੀ ਹਾਂ ਮੈਂ ਕੁੜੀ ਨਾਲ, ਹੁਣ ਗੋਲੀ ਲੈ ਲੈਣੀ, ਕਦੇ ਹਰੇ ਪੰਨੇ ਵਾਲੀ ਲੈ ਲਾਂ, ਕਦੇ ਕੋਈ ਲੈ ਲਾਂ। ਹੁਣ ਦਵਾਈ ਦੀ ਦਿੱਕਤ ਹੋ ਰਹੀ, ਐਂ ਹੋ ਰਹੀ ਹੈ। ਕੁਛ ਤਾਂ ਗੱਡੀਆਂ ਦੇ ਕਹਿੰਦੇ ਨੇ, ਗੱਡੀਆਂ ਦੇ ਜਿਹੜੇ ਬੱਸਾਂ ਦੇ ਪੈਸੇ ਲਾਵਾਂਗੇ ਉਹੀ ਦਵਾਈ ਆਊਗੀ। ਜੇ ਹੁਣ ਦਵਾਈ ਵਾਸਤੇ ਪੈਸਾ ਨਹੀਂ ਬਣਿਆ ਸੀਗਾ ਕੋਈ, ਜੇ ਪੈਸਾ ਬਣੂਗਾ ਫਿਰ ਦਵਾਈ ਲਿਆਵਾਂਗੇ। ਜੇ ਕਹਿੰਦੀ ਗੱਡੀਆਂ ਚੱਲ ਜਾਂ, ਗੱਡੀਆਂ 'ਤੇ ਘੱਟ ਕਿਰਾਇਆ ਲੱਗਦਾ ਹੈਗਾ, ਗੱਡੀਆਂ 'ਤੇ ਥੋੜ੍ਹੇ ਜਿਹੇ ਪੈਸਿਆਂ ਨਾਲ ਵਗ ਜਾਂਦੇ ਜੀ, ਬੱਸਾਂ 'ਤੇ ਵੱਧ ਪੈਸੇ ਲੱਗਦੇ ਨੇ। ਹੁਣ ਉਸੇ ਮਾਰੇ ਦਿੱਕਤ ਦਵਾਈ ਦੀ ਹੋ ਰਹੀ ਹੈ ਜੀ। ਡਾਕਟਰ ਕੀ ਕਹਿੰਦਾ, ਕਦੋਂ ਤੱਕ ਠੀਕ ਹੋ ਜਾਓਗੇ ਤੁਸੀਂ? ਦਵਾਈ ਤਾਂ ਡਾਕਟਰ ਨੇ ਤਾਂ ਜੀ ਮੈਨੂੰ ਤਾਂ ਹੀ ਆਖਿਆ ਸੀ, ਤਾਂ ਪਤਾ ਨਹੀਂ ਮਨ ਖੜਾਉਣ ਦੇ ਮਾਰੇ ਨੇ ਆਖਿਆ ਸੀ ਵੀ ਤੁਹਾਨੂੰ 5 ਸਾਲ ਦਵਾਈ ਖਾਣੀ ਪਊਗੀ ਲਗਾਤਾਰ। ਹੁਣ ਤੇ 5 ਸਾਲ ਹਜੇ ਹੋਏ ਨਹੀਂ ਹੈਗੇ ਜੀ। ਹੁਣ ਤੱਕ ਕੀ ਪਤਾ ਕਿੰਨੇ ਕੁ ਚਿਰ ਖਵਾਉਣਗੇ ਜੀ, ਇਹ ਤਾਂ ਆਪਦੀ ਹਜੇ ਸਮਝ ਆ ਗਈ ਦੇਖ ਉਹਨਾਂ ਡਾਕਟਰਾਂ ਦੀ। ਹੁਣ ਸਾਨੂੰ ਕਈ ਮਹੀਨੇ 6 ਮਹੀਨੇ ਹੋਣ ਵਾਲੇ ਹੋਣੇ, 5-6 ਮਹੀਨੇ ਦਵਾਈ ਨਹੀਂ ਲਿਆਂਦੀ ਜੀ। ਦਵਾਈ ਨਹੀਂ ਲਿਆਂਦੀ? ਨਾ ਜੀ ਲਿਆਂਦੀ ਨਹੀਂ। ਇਹਦੇ 'ਚ ਤਾਂ ਦਵਾਈ ਕੰਟੀਨਿਊ ਖਾਣੀ ਹੁੰਦੀ ਹੈ। ਖਾਣੀ ਤਾਂ ਹੁੰਦੀ ਹੈ ਜੀ, ਫਿਰ ਹੁਣ ਕੀ ਕਰਾਂ ਮੈਂ, ਜਦ ਪੈਸੇ ਨਹੀਂ ਹੈਗੇ ਤੇ ਜਾਣ ਵਾਸਤੇ। ਜੇ ਹੁਣ ਉਹਨੇ ਬੱਸਾਂ ਦੇ ਕਿਰਾਇਆ ਕਿੰਨਾ ਵੱਧ ਰਿਹਾ ਹੈਗਾ, ਕਦੇ ਕਿਸੇ ਨੂੰ ਲੈ ਕੇ ਜਾਣਾ ਪੈਂਦਾ, ਕਦੇ ਕਿਸੇ ਨੂੰ ਲੈ ਕੇ ਜਾਣਾ ਪੈਂਦਾ, ਕੌਣ ਆਖੇ ਲੱਗਦਾ, ਕੋਈ ਲਾਕੇ ਵੀ ਨਹੀਂ ਲੱਗਦਾ ਹੈਗਾ। ਹੁਣ ਆਹ ਗੁੱਡੀਆਂ ਮਟਿਆਰਾਂ ਨੇ, ਇਹਨਾਂ ਨੂੰ ਵੀ ਲਿਜਾ ਸਕਦੀ ਦੇਖ ਨਾਲ ਮੈਂ। ਫਿਰ ਤਾਂ ਆਹੀ ਬੇਨਤੀ ਹੈ ਜੀ, ਜਿਹੜੇ ਮੇਰੇ ਲੱਗੇ ਨੇ ਮੇਰਾ ਇਲਾਜ ਕਰਾ ਦੇਣ, ਮੇਰੇ ਪਤੀ ਦੇ ਬਸ ਇਲਾਜ ਕਰਾ ਦੇਣ। ਆ ਮੇਰੀ ਗੁੱਡੀ ਆ ਵਿੱਚ ਬਾਹਰੋਂ ਉੱਠ ਕੱਢਣ ਵਿਚਾਰੀਆਂ, ਹੋਰ ਤਾਂ ਕੀ ਹੈ, 2 ਗੁੱਡੀਆਂ ਨੇ ਵਿਚਾਰੀਆਂ। ਹੁਣ ਇੱਕ ਦੀ ਤਾਂ ਮੈਂ ਚੁੰਨੀ ਚੜਾਵਾ ਕਰਤਾ ਜੀ, ਹੁਣ ਆ ਰਹੇਗੀ ਦੇਖ, ਇਹ ਪੜ੍ਹਦੀ ਹੈ, ਕਹਿੰਦੀ ਮੈਂ ਪੜੂੰਗੀ। ਵਿਚਾਰੀ ਦੀ ਇਹਦੀ ਤਾਂ ਵਿਆਹੁਣ ਵਾਲੀ ਉਮਰ ਹੀ ਨਹੀਂ ਹੈ, ਬਹੁਤ ਛੋਟੀ ਹੈ, ਉਮਰ ਹੀ ਬਹੁਤ ਛੋਟੀ ਹੈ ਗੁੜੀਆ ਦੀ। ਪੜੂਗੀ ਵੀ ਕੀ ਜੀ, ਜੇ ਘਰੇ ਹੋਊਗਾ ਜੀ ਫੇਰ ਹੀ ਪੜੂਗੀ। ਹੁਣ ਪੜ੍ਹਾਈਆਂ ਦੇ ਕਿਹੜੇ ਤੇਰੇ ਸਾਹਮਣੇ ਥੋੜ੍ਹੇ ਹੋ ਰਹੇ ਨੇਗੇ। ਇਹ ਕਹਿੰਦੀ ਮੈਂ ਪੜੂੰਗੀ, ਹੁਣ ਇਹਦੀ ਦੇਖੋ ਕੀ ਇੱਛਾ ਹੈਗੀ। ਜੇ ਤਾਂ ਕਹਾਂ ਪੈਸਾ ਪਿਤਕਾ ਬਣੀ ਗਿਆ ਤਾਂ ਪੜ੍ਹਾਈ ਹੋ ਜੂਗੀ, ਨਹੀਂ ਫਿਰ ਘਰੇ ਵੀ ਬੈਠੀ ਹੈ ਜੀ। ਹੋਰ ਤਾਂ ਸਾਡੀ ਆਹੀ ਬਸ ਬੇਨਤੀ ਹੈ ਜੀ, ਸਾਡਾ ਬਸ ਜਵਾਕੜੀਆਂ ਦਾ ਹੋਣਾ ਚਾਹੀਦਾ। ਚੱਲ ਸਾਡਾ ਤਾਂ ਕੀ ਪਤਾ ਹੁਣ ਕਿਹੜੇ ਵੇਲੇ ਅੱਖਾਂ ਵਿੱਚ ਦੇ ਰੋਗ ਲੱਗ ਰਹੇ ਨੇਗੇ। ਅੱਜ ਤਾਂ ਦੋਨੇ ਜੀ ਆ ਬੈਠੇ ਆ, ਬੱਜੇ ਬੱਤੇ ਹੋ ਰਹੇ ਆਂਗੇ। ਹੁਣ ਕੰਮ ਕਾਜ ਕੀ ਕਰਦੇ ਹੋ ਤੁਸੀਂ ਫਿਰ? ਅੱਜ ਤਾਂ ਕੁਛ ਨਹੀਂ ਕਰਦੇ ਜੀ, ਮੈਂ ਤਾਂ ਹੁਣ ਜਾਣ ਲੱਗੀ ਹਾਂ ਗੁੱਡੀ ਨਾਲ। ਨਹੀਂ ਕੀ ਕਰਦੇ ਹੋ? ਨਰਮਾ ਚੁੱਕਦੇ ਹੋ, ਕਣਕ ਝੋਨਾ ਵੱਢਦੇ ਹੋ, ਕੀ ਕਰਦੇ ਹੋ? ਨਰਮਾ ਚੁਗਣ ਵਗ ਜਾਂਦੀ ਮੈਂ ਤਾਂ ਗੁੱਡੀ ਨਾਲ। ਦੁਪਹਿਰਾ ਜਿਹਾ ਹੋ ਜਾਂਦੀ ਜਦੋਂ ਧੁੱਪ 'ਚ ਕਹਿੰਦੇ ਵੀ ਕੁਇਮ ਵਾਲੇ ਨੂੰ ਜ਼ਿਆਦਾ ਉਹ ਹੁੰਦਾ, ਫਿਰ ਮੈਂ ਦੁਪਹਿਰੇ 'ਚ ਬਹਿ ਜਾਂਦੀ 2-3 ਘੰਟੇ। ਜਿਹੜੇ ਲੱਗਦੀ ਹੈ ਝੱਟ 1-2 ਜੋੜੀਆਂ ਭਰਾ ਦੇਣੀ ਇਹਦੇ ਨਾਲ ਲੱਗ ਕੇ, ਉਹ ਨਾਲ ਵਗ ਜਾਂਦੀ ਮੈਂ ਗੁੱਡੀਆਂ ਦੇ ਨਰਮਾ ਚੁਗਣ। ਘਰ ਦਾ ਜਿੰਨਾ ਵੀ ਖਰਚਾ ਹੈ ਮਤਲਬ ਇਸ ਬੇਟੀ ਦੇ ਸਿਰ ਤੇ ਚੱਲ ਰਿਹਾ? ਹਾਂ ਇਸੇ ਦੇ ਸਿਰ ਤੇ ਚੱਲ ਰਿਹਾ ਜੀ, ਦੋਨੇ ਮਾਵਾਂ ਧੀਆਂ, ਫਿਰ ਅਸੀਂ ਦੋਨੇ ਟਾਈਮ ਪਾਸ ਕਰਦੇ ਹਾਂ ਆਪਦਾ। ਹੁਣ ਦਵਾਈ ਵੀ ਤੈਨੂੰ ਪਤਾ ਕਾਹਦੀ ਆਊਗੀ, ਹੁਣ ਕਹਿੰਦਾ ਇਹ ਜੇ ਨਰਮੇ ਵੀ ਹੈਗੇ ਜੀ ਉਰੇ ਤਾਂ। ਸਰਕਾਰ ਕੋਈ ਮਦਦ ਕਰ ਰਹੀ ਹੈ ਤੁਹਾਡੀ? ਨਾ ਜੀ ਕੁਛ ਨਹੀਂ ਕਰਿਆ ਸਾਨੂੰ ਤਾਂ ਸਰਕਾਰ ਨੇ, ਨਾ ਉੱਥੇ ਤਾਂ ਸਾਡਾ ਜ਼ਰੂਰ ਇਲਾਜ ਚੱਲਿਆ, ਜਿਹੜਾ 1.5 ਲੱਖ ਦਾ ਪਤਾ ਨਹੀਂ ਕਿੰਨੇ ਦਾ ਕਰਿਆ ਨਾ ਕਰਿਆ। ਉੱਥੇ ਟੈਸਟ ਹੁੰਦੇ ਰਹੇ ਨੇ ਫ੍ਰੀ ਸਾਡੇ, ਉਹ ਤਾਂ ਕਿਵੇਂ ਮਰਜ਼ੀ ਲਾ ਲਓ ਤੁਸੀਂ। ਹੋਰ ਨਹੀਂ ਸਾਨੂੰ ਕੁਝ ਮਿਲਿਆ ਹੈਗਾ, ਹੋਰ ਨਹੀਂ ਸਾਨੂੰ ਕੁਛ ਮਿਲਿਆ ਹੈਗਾ। ਇਹ ਨਹੀਂ ਪਤਾ ਸਾਡੇ ਪੂਰੇ ਹੋ ਗਏ ਰਹਿ ਗਏ, ਸਾਨੂੰ ਕੋਈ ਪਤਾ ਨਹੀਂ ਹਜੇ। ਅਸੀਂ ਤਾਂ ਹੁਣ ਗਏ ਨਹੀਂ ਹੈਗੇ। ਹੁਣ ਦਵਾਈ ਤਾਂ ਅਸੀਂ ਖਾਣੀ ਸੀਗੀ, ਦਵਾਈ ਤਾਂ ਉਹਨਾਂ ਨੇ ਕਿਹਾ ਸੀ 1 ਦਿਨ ਵੀ ਨਹੀਂ ਛੱਡਣੀ। ਹੁਣ ਵਾਲਾ ਕੀ ਪੁੱਛਦਾ, ਮੈਂ ਤਾਂ ਕਦੀ ਕੋਈ ਗੋਲੀ ਲੈਂਦੀ ਹਾਂ, ਕਦੀ ਕੋਈ ਗੋਲੀ ਲੈਂਦੀ ਹਾਂ। ਹੱਡ ਪੈਰ ਦੁਖਣ ਦੀ ਲਾ ਲਾ, ਕੁਛ ਵੀ ਲਾ ਲਾ। ਜੇ ਨਾ ਗੋਲੀ ਲਾਵਾਂ ਜੀ ਮੈਥੋਂ ਮੱਝੇ 'ਚ ਨਹੀਂ ਉੱਠਿਆ ਜਾਂਦਾ। ਗੋਲੀਆਂ ਤਾਂ ਮੈਂ ਖਾਈ ਜਾਂਦੀ ਹਾਂ ਜੀ। ਹੁਣ ਆਹ ਜਵਾਕੜੀ ਤਾਂ ਫਿਰ ਇਹ ਪੜ੍ਹਦੀ ਹੈ, ਹੁਣ ਇਹਦਾ ਵੀ ਨਹੀਂ ਕੁਛ ਬਣਦਾ ਹੈਗਾ ਦੇਖੋ। ਨਾ ਇਹ ਹੁਣ ਕਿਸੇ ਨਾਲ ਭੇਜੀ ਜਾਵੇ, ਟਾਈਮ ਨਹੀਂ ਹੈਗਾ। ਹੁਣ ਇਹ ਸਕੂਲ ਲੱਗਣ ਲੱਗ ਗਏ, ਮੇਰੇ ਕੋਲ ਸਕੂਲ ਵੀ ਜਾਣ ਲੱਗ ਜੀ, ਫਿਰ ਮੈਂ ਵੀ ਘਰੀ ਬੈਠੀ। ਇੱਥੇ ਦੋਨੇ ਜੀ ਘਰੀ ਪਏ ਰਹਿੰਦੇ ਆ ਜੀ। ਤੇ ਫਿਰ ਘਰ ਦਾ ਗੁੜੀਆ ਸਕੂਲ ਜਾਊਗੀ, ਤੁਸੀਂ ਘਰੇ ਬੈਠ ਜਾਓਗੇ, ਤੇ ਫਿਰ ਘਰ ਦਾ ਖਰਚਾ ਕਿੱਦਾਂ ਚੱਲੂ? ਮੇਰੇ ਦਿਓਰ ਆ ਗਏ ਜੀ, ਦੋਨੇ ਘਰਾਂ 'ਚ ਸਾਡੇ ਉਹ ਦੇ ਜਾਂਦਾ ਹੈਗਾ ਰਸਤਾ, ਕਦੇ ਉਹਨਾਂ ਨੂੰ ਲਿਆ ਦਿੰਦਾ, ਸਾਨੂੰ ਲਿਆ ਦਿੰਦਾ। ਸਾਡੇ ਦੋਨੇ ਘਰਾਂ ਤੋਂ ਕਮਾਰ ਆ ਗਿਆ ਤਾਂ ਟਾਈਮ ਪਾਸ ਕਰ ਦਿੰਦਾ ਹੈਗਾ। ਨਾਲ ਵੀ ਜਾਂਦਾ ਜੀ, ਦਵਾਈ ਦਵੂਈ ਦਵਾਉਣ ਜਾਂਦਾ, ਐਵੇਂ ਕਹਿੰਦਾ ਉਹ ਚੱਕੀ ਫਿਰਦਾ ਵਿਚਾਰਾ, ਵਗ ਜਾਂਦਾ ਨਾਲ। ਫਿਰ ਜੇ ਹੁਣ ਮੈਨੂੰ ਲੈ ਕੇ ਜਾਂਦਾ ਗਾ, ਫਿਰ ਘਰੇ ਠੱਪ ਹੋ ਜਾਂਦਾ ਕੰਮ। ਹੁਣ ਜੇ ਕਿਤੇ ਜਾਂਦੇ ਆਂਗੇ ਮੈਂ, ਅਸੀਂ ਦਵਾਈ ਲੈਣ ਉਹਦੇ ਨਾਲ ਮੈਂ ਜਾਂਦੀ ਹਾਂ, ਫਿਰ ਘਰੇ ਕਦੇ ਕਿਸੇ ਨੂੰ ਛੱਡ ਕੇ ਜਾਣਾ ਪੈਂਦਾ, ਕਦੇ ਕਿਸੇ ਨੂੰ ਛੱਡ ਕੇ ਜਾਣਾ ਪੈਂਦਾ ਗੁੱਡੀਆਂ ਕੋਲੇ। ਤੁਹਾਡੇ ਭਾਈ ਸਾਹਿਬ, ਮੈਂ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੂੰਗਾ। ਕਿੰਨੇ ਸਮੇਂ ਤੋਂ ਦਿੱਕਤ ਹੈ ਤੁਹਾਡੀ? ਟੰਗ ਲੱਤ ਕਿਉਂ ਕੱਟਣੀ ਪਈ ਤੁਹਾਡੀ? ਲੱਤ ਦਰਦ ਹੁੰਦਾ ਸੀ ਜੀ ਢਿੱਡ 'ਚ, ਢਿੱਡ ਤੋਂ ਲੱਤ ਗੋਡੇ 'ਚ ਵੜ ਗਏ, ਗੋਡੇ ਤੋਂ ਨਾਲ ਹੀ ਪਾਟੇ ਟੁੱਟ ਗਏ। ਅੱਛਾ, ਤੁਸੀਂ ਗੱਲ ਕਰ ਲਓ ਮੈਂ ਤਾਂ ਗੱਲ। ਕੀ ਕਹਿ ਰਹੇ ਹੋ ਤੁਸੀਂ? ਪੈਂਟਸ ਹੋ ਗਏ ਤੇ ਵੀਰੇ ਦੀ ਨਾੜ ਤੇ ਜਿਹੜੀ ਉਹ ਵੀ ਆਪਰੇਸ਼ਨ ਕਰਿਆ ਨਾ, ਜਦੋਂ ਵੀ ਉਹ ਕੋਈ ਨਾੜ 'ਚ ਹੋ ਗਿਆ, ਕੋਈ ਉਹ ਨਾੜ ਬਲੌਕ ਹੋ ਗਈ ਸੀ ਜੀ। ਫਿਰ ਲੱਤ 'ਚ ਹੋ ਗਿਆ ਸੀ, ਜਿਹੜਾ ਦੁੱਖ ਉਹਦੇ ਵਾਲਾ ਢਿੱਡ ਵਾਲਾ ਸੀ। ਫਿਰ ਇਹਦਾ ਆਪਰੇਸ਼ਨ ਕਰਕੇ ਉਦੋਂ ਬਾਅਦ ਲੱਤ 'ਚ ਉਹ ਕਰਤਾ ਸੀ। ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? BA ਸੈਕੰਡ ਈਅਰ 'ਚ। BA ਸੈਕੰਡ ਈਅਰ ਦੇ ਵਿੱਚ, ਠੀਕ ਹੈ। ਪੇਪਰ ਐਗਜ਼ਾਮ ਹੋ ਗਏ ਤੁਹਾਡੇ? BA ਫਸਟ ਈਅਰ 'ਚ ਪਹਿਲੇ ਸਮੈਸਟਰ ਦਾ ਰਿਜ਼ਲਟ ਆਇਆ ਵੀ, ਠੀਕ ਹੈ। ਤੇ ਸੈਕੰਡ ਈਅਰ ਦੇ ਹੋਏ ਨਹੀਂ ਸੀ। ਹਾਂ, ਤੇ ਵੀ ਸੈਕੰਡ ਸੈਮ ਦੇ ਹੋਏ ਨਹੀਂ ਹੈਗੇ, ਤੇ ਇਹਦੀ ਦੂਜੀ ਪੜ੍ਹਾਈ ਸ਼ੁਰੂ ਹੋ ਗਈ ਹੁਣ BA। ਤੁਸੀਂ ਕੀ ਕਰਨਾ ਚਾਹੁੰਦੇ ਹੋ ਅੱਗੇ? ਫਿਊਚਰ ਕੀ ਦੇਖਦੇ ਹੋ ਆਪਦਾ?
ਫਿਊਚਰ ਤਾਂ ਵੀਰੇ BBA ਕਰਕੇ ਉਹਦੇ ETT ਵੀ ਉਹਦੇ ਬਾਰੇ ਉਹ ਕਰਨਾ ਸੀ, ਟੀਚਰ ਦਾ ਕੋਰਸ ਕਰਨਾ ਸੀ। ਤੇ ਹੁਣ ਵੀ ਐ ਲੱਗਦਾ ਦੇਖ ਕੇ ਤਾਂ ਵੀ ਘਰ ਦੇ ਹਾਲਾਤਾਂ ਨੂੰ ਵੀ ਹੋ ਨਹੀਂ ਸਕਦਾ ਹੈਗਾ, ਤੇ ਇਸ ਕਰਕੇ ਵੀ ਆਪਦੀ ਕੋਸ਼ਿਸ਼ ਤਾਂ ਜਾਰੀ ਹੈਗੀ, ਬਾਕੀ ਕੀ ਵੀ ਹੋ ਸਕਦਾ ਹੈਗਾ। ਸਰਕਾਰ ਤੋਂ ਕੋਈ ਮੰਗ ਹੈਗੀ, ਲੱਗਦਾ ਤੁਹਾਨੂੰ ਸਰਕਾਰ ਕੁਝ ਕਰੂਗੀ? ਕਿਉਂਕਿ ਸਰਕਾਰ ਨੇ ਨੌਕਰੀਆਂ ਦੇਣ ਦੀ ਵੀ ਗੱਲ ਕਹੀ ਸੀ ਪਹਿਲਾਂ। ਹੁਣ ਕਈ ਤਾਂ ਜਾਂਦੇ ਨੇ ਵੀਰੇ ਵਾਅਦੇ, ਹੁਣ ਕੀ ਪਤਾ ਹੁਣ ਪੂਰੇ ਕਰੂਗੀ ਕਿਹੜਾ। ਲੱਗਦਾ ਤਾਂ ਕੋਈ ਨਹੀਂ ਹੈਗਾ, ਦੇਖ ਕੇ ਤਾਂ ਚਾਂਸਸ ਤਾਂ, ਕਿਉਂ ਇੰਨੇ ਨੇ ਪੜ੍ਹੇ ਲਿਖੇ ਫਿਰਦੇ ਨੇਗੇ ਸਾਰੇ ਵਿਚਾਰੇ, ਕੰਮ ਤੇ ਦਿਹਾੜੀ ਤੇ ਲੱਗੇ ਰਹੇ ਨੇ ਵੀ, ਉਹ ਵੀ ਤਾਂ ਵਿਚਾਰੇ ਉਹ ਕਰਦੇ ਨੇਗੇ, ਕੋਸ਼ਿਸ਼ ਤਾਂ ਬਥੇਰੀ ਕਰ ਲੈਣੇ ਹੁਣ ਜਵਾਕ, ਪਰ ਉਹ ਜਿਹੜੀ ਸਰਕਾਰ ਆ ਵੀ ਉਹ ਤਾਂ ਕੋਈ ਨਹੀਂ ਸੋਚਦੀ ਹੈਗੀ। ਮਾਪਿਓ ਦੇ ਨਾਲ ਜਵਾਕਾਂ ਨੂੰ ਮੂਹਰੇ ਆਉਣੇ ਨਹੀਂ ਦਿੰਦੇ ਹੈਗੇ, ਜਿਹੜੇ ਕੋਈ ਵੱਡੇ ਲੋਕ ਨੂੰ ਉਹਨਾਂ ਤੋਂ ਵਸਾਕ ਰੱਖ ਲੈਣ, ਉਹ ਵੀ ਪੈਸਾ ਟੱਕਾ ਲੈ ਕੇ। ਘਰ ਦਾ ਖਰਚਾ ਤੁਹਾਡੀ ਮਾਤਾ ਕਹਿੰਦੇ ਤੁਹਾਡੇ ਸਿਰ ਤੋਂ ਹੀ ਚੱਲਦਾ ਸਾਰਾ? ਹਾਂ ਵੀਰੇ, ਮੈਨੂੰ ਲੈ ਜਾਂਦੇ ਨੇ ਕੰਮ ਧੰਦੇ, ਫਿਰ ਮੈਂ ਸਕੂਲ ਦਾ ਕੰਮ ਨਹੀਂ ਕਰ ਸਕਦੀ ਹੈਗੀ, ਫਿਰ ਮੈਂ ਇਹਨਾਂ ਨਾਲ ਭੱਗ ਜਾਂਦੀ ਹਾਂ ਵੀਰੇ। ਠੀਕ ਹੈ, ਜਾਂਦੇ ਹੋ ਨਰਮਾ ਚੁਗਣ ਵਾਸਤੇ, ਹੁਣ ਨਰਮੇ ਦੀ ਚੁਗਾਈ ਚੱਲ ਰਹੀ ਹੈ, ਉਸ ਤੋਂ ਬਾਅਦ ਕੀ ਕਰੋਗੇ? ਮੈਨੂੰ ਪੜ੍ਹਾਈ ਦਾ ਵੀ ਮੈਂ ਨਰਮੇ 'ਚ ਵਗ ਜਾਂਦੀ, ਤੇ ਉਹ ਵੀ ਜੇ ਘਰੇ ਘੁਰੇ ਰਹਿ ਜੇ ਜੀਰੀ ਜੂਰੀ 'ਚ ਹੀ ਵਗ ਜਾਂਦੇ ਅਸੀਂ, ਤੇ ਵੀ ਕੰਮ ਪੜ੍ਹਾਈ ਕਰਨੀ ਤਾਂ ਹੁਣ ਬੰਦ ਕਰਕੇ ਕਈ ਵਾਰ ਵੀ ਜਦੋਂ ਹੁੰਦੀ ਨਹੀਂ ਹੈਗਾ, ਦੇਖਾਂ ਹੁਣ ਘਰ ਦਾ ਕੰਮ ਕਰਾਂਗਾ ਮੈਂ ਪੜ੍ਹਾਈ ਕਰਾਂ, ਦੇਖਾਂ ਹੁਣ ਬਸ ਆਪਦੀ ਕੋਸ਼ਿਸ਼ ਤਾਂ ਕਰਦੀ ਹਾਂ ਵੈਸੇ ਵੀ, ਜਦੋਂ ਵਿਹਲੀ ਹੁੰਦੀ ਵੀ ਪੜ੍ਹ ਲੈਂਦੀ ਹੈਗੀ, ਤੇ ਉਹ ਵੀ ਕੰਮ ਨਹੀਂ, ਮੈਂ ਕਲਾਸਾਂ ਨਹੀਂ ਲਾ ਸਕਦੀ ਹੈਗੀ ਫੋਨ 'ਤੇ, ਉਹਦੇ ਕਰਕੇ ਦਿੱਕਤ ਆ ਰਹੀ ਹੈ ਮੈਨੂੰ। ਹੁਣ ਵੀ ਕੰਮ ਦਾ ਟਾਈਮ ਤਾਂ ਕਰਕੇ ਉਹ ਹੋ ਰਿਹਾ ਵੀ ਚੱਲ ਵੀ ਸਾਲ 'ਚ ਵਿਹਲੇ ਵੇਖ ਕੇ ਪੜ੍ਹ ਲਾਂਗੇ, ਹੋਰ ਕੀ ਹੈਗਾ ਵੀ ਹੁਣ ਚੱਲ ਦਿਹਾੜੀ ਦੇ। ਨੌਜਵਾਨ ਹੁੰਦੇ, ਨੌਜਵਾਨ ਪੀੜ੍ਹੀ ਦੇਸ਼ ਜਿਹੜਾ ਵੀ ਦੇਸ਼ ਹੋਵੇ ਉਸਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ, ਪਰ ਜੇ ਰੀੜ੍ਹ ਦੀ ਹੱਡੀ ਹੀ ਖੋਖਲੀ ਹੋ ਜਾਊਗੀ, ਕਿਉਂਕਿ ਜੇ ਉਹ ਪੜ੍ਹ ਹੀ ਨਹੀਂ ਪਾਉਣਗੇ ਤਾਂ ਫਿਰ ਦੇਸ਼ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ? ਫਿਰ ਵੀ ਫਿਰ ਫਿਊਚਰ ਖਰਾਬ ਹੀ ਹੈ ਦੇਸ਼ ਦਾ ਤਾਂ, ਜਦੋਂ ਹੁਣ ਕੰਮ ਵੀ ਜਵਾਕ ਪੜ੍ਹਨੇ ਹੁਣ ਨਹੀਂ ਕਰਨਗੇ, ਜਾਂ ਨਾਲੇ ਸਰਕਾਰ ਨਹੀਂ ਅੱਗੋਂ ਕਰੂਗੀ, ਤਾਂ ਕਰਕੇ। ਠੀਕ ਹੈ, ਤੇ ਕਦੇ ਕੋਈ ਆਇਆ ਤੁਹਾਡੇ ਜਦੋਂ ਵੋਟ ਪਾਉਣ ਗਏ ਸੀ ਤੁਸੀਂ ਇਸ ਵਾਰ? ਹਾਂਜੀ, ਵੋਟ ਬਣ ਗਿਆ ਤੁਹਾਡਾ? ਵੋਟ ਜਦੋਂ ਲੈਣ ਵਾਸਤੇ ਆਏ ਸੀ ਲੀਡਰ ਕੋਈ ਘਰੇ, ਵੋਟਾਂ ਮੰਗਣ ਲਈ ਆਇਆ ਨਹੀਂ ਕੋਈ? ਲੀਡਰ ਨਹੀਂ ਕੋਈ ਆਉਂਦਾ ਹੈਗਾ, ਲੀਡਰ ਨਹੀਂ ਕੋਈ ਆਉਂਦਾ ਜੀ। ਫਿਰ ਵੋਟਾਂ ਕਿਹਦੇ ਕਹਿਣ ਤੇ ਪਾਉਣੇ, ਜਾਂ ਆਪੇ ਵੋਟਾਂ ਪਾ ਦਿੰਦੇ ਜਿਹੜਾ ਚੰਗਾ ਲੱਗਦਾ? ਪਿੰਡ ਦੇ ਪਵਾ ਦਿੰਦੇ ਨੇ ਜੀ, ਕੌਣ ਪਵਾਉਂਦਾ? ਪਿੰਡ ਦੇ ਪਵਾ ਦਿੰਦੇ ਨੇ, ਉਸ ਤਾਂ ਕੋਈ ਨਹੀਂ ਆਉਂਦਾ, ਲੀਡਰ ਕੋਈ ਨਹੀਂ, ਕਣੀ ਕਿਤੇ ਗਰੀਬ ਕਣੀ ਦੇਖਦਾ ਹੈਗਾ ਨਾ। ਪਿੰਡ ਵਾਲੇ ਕੌਣ ਨੇ, ਕਿਹਦੇ ਕਹਿਣ ਤੇ ਵੋਟਾਂ ਪਾਈਆਂ? ਜ਼ਿਮੀਦਾਰ ਆ ਜਾਂਦੇ ਨੇ ਬਸ, ਜਾਂ ਕੋਈ ਆਪਣੇ ਵਿਹੜੇ ਦੇ ਆ ਜਾਂਦੇ, ਸਾਡੇ ਵਿਹੜੇ ਦੇ ਆ ਜਾਂਦੇ ਨੇ ਵੀ ਆਪਾਂ ਉਹਨਾਂ ਦੇ ਕਹਿੰਦੇ ਤੁਸੀਂ ਵੋਟਾਂ ਪਾ ਦਿੰਦੇ ਹੋ? ਹੋਰ ਕੀ ਕਰੀਏ, ਆਪਾਂ ਕਹਿੰਦੇ ਨੇ ਵੀ ਘਰੇ ਰੱਖਣ 'ਚ ਕੀ ਫਾਇਦਾ, ਤੇ ਪਾਉਣ 'ਚ ਫਾਇਦਾ ਹੈਗਾ, ਜਿੱਥੇ ਕੋਈ ਪਵਾਉਂਦਾ ਉੱਥੇ ਪਾ ਦਿੰਦੇ ਜੀ। ਸਾਡੇ ਤਾਂ ਕੀ ਸਾਰੇ ਦੀ ਗੱਲ ਹੈ, ਸਾਡੇ ਘਰੇ ਬੈਠਣ ਦੀ ਕੋਈ ਸਾਰ ਤਾਂ ਕੋਈ ਨਹੀਂ ਲੈਂਦਾ ਹੈਗਾ ਕੋਈ। ਤਾਂ ਹੀ ਤਾਂ ਸਾਰ ਨਹੀਂ ਲੈਂਦਾ ਨਾ, ਲੋਕਾਂ ਦੇ ਕਹਿੰਦੇ ਤੁਸੀਂ ਵੋਟ ਪਾ ਦਿੰਦੇ ਹੋ। ਪਾ ਦਿੰਦੇ ਹੋਰ ਪਾਉਂਦੇ ਆ ਜੀ, ਵੋਟ ਤਾਂ ਉਦੋਂ ਦੀ ਪਾਉਂਦੇ, ਵੋਟ ਘਰੇ ਰੱਖ ਕੇ ਤਾਂ ਕੀ ਕਰਨੀ ਸੀਗੀ, ਫਿਰ ਲੋਕਾਂ ਦੀ ਸਮਝ ਆ ਜਾਂਦੀ ਵੀਰੇ ਉਦੋਂ ਬਾਅਦ ਤਾਂ ਨਹੀਂ ਗੌਰ ਕਰਦੇ ਹੈਗੇ, ਉਦੋਂ ਤਾਂ ਬਥੇਰਾ ਖਿੱਚੇ ਫਿਰਦੇ ਰਹਿੰਦੇ ਨੇਗੇ। ਹੁਣ ਮੇਰੇ ਪਾਪਾ ਨੂੰ ਇਹ ਤਾਂ ਲੈ ਜਾਂਦੇ ਨੇਗੇ ਵੀ, ਜਿੱਥੇ ਜੀ ਕਰਦਾ ਉੱਥੇ ਪਵਾ ਜਾਂਦੇ ਨੇ ਅਗਲਾ, ਉਹਨਾਂ ਦਾ ਵੋਟਾਂ ਵੱਧਦੀਆਂ ਨੇਗੀਆਂ। ਆਪਾਂ ਵੀ ਫਿਰ ਐਂ ਹੁੰਦਾ ਵੀ ਚੱਲ ਪਾਉਣੀ ਹੈ ਕਿਤੇ ਮਰਜ਼ੀ ਪਾ ਦਈਏ। ਹੁਣ ਤਾਂ ਪੜ੍ਹੇ ਲਿਖੇ ਤਾਂ ਫਿਰ ਵੀ ਉਹਨਾਂ ਨੂੰ ਪਾਉਣ ਲੱਗ ਗਏ ਵੀ ਜੇ ਕੋਈ ਉਹਦਾ ਉੱਤਾ ਚੱਕਣ ਵਾਲਾ ਉਹ ਸਰਕਾਰ ਉਹਨਾਂ ਨੂੰ ਉਹ ਕਰਦੀ ਆ। ਹੁਣ ਤਾਂ ਤੁਹਾਨੂੰ ਪਤਾ ਤੁਹਾਡਾ ਐਮਐਲਏ ਕੌਣ ਹੈ ਇਲਾਕੇ ਦਾ? ਫਿਰ ਵੀ ਪੜ੍ਹੇ ਲਿਖੇ ਐਮਐਲਏ ਦਾ ਪਤਾ ਕੌਣ ਹੈ ਤੁਹਾਡੇ ਇਲਾਕੇ ਦਾ? ਬੁੱਧਰਾਮ ਤੁਹਾਡੇ ਇਲਾਕੇ ਦਾ ਐਮਐਲਏ ਹੈ। ਉਹਨੂੰ ਵੀ ਪਵਾਈਆਂ ਬਹੁਤ ਵੋਟਾਂ ਤਾਂ, ਅਸੀਂ ਵੀ ਉਸੇ ਨੂੰ ਪਾ ਕੇ ਆਏ ਸੀ। ਤੁਸੀਂ ਉਸੇ ਨੂੰ ਵੋਟ ਪਾ ਕੇ ਆਏ ਸੀ, ਉਸ ਤੋਂ ਬਾਅਦ ਹਾਲ ਜਾਣਨ ਵਾਸਤੇ ਆਇਆ ਤੁਹਾਡਾ? ਨਾ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ, ਇੱਕ ਵਾਰ ਵੀ ਨਹੀਂ ਆਏ? ਨਾ ਕੋਈ ਨਹੀਂ ਆਇਆ ਵੀਰੇ, ਉੱਥੋਂ ਬਿਨਾਂ ਕੋਈ ਨਹੀਂ ਆਇਆ ਹੈਗਾ ਨਾ। ਸਾਡਾ ਤਾਂ ਕਿਸੇ ਨੇ ਨਹੀਂ ਸਾਰ ਲੈਤੀ, ਨਾ ਪਿੰਡ ਦਿਆਂ ਨੇ ਲੈਤੀ, ਨਾ ਕਿਸੇ ਨੇ ਸਰਕਾਰਾਂ ਨੇ ਲੈਤੀ। ਅਸੀਂ ਤਾਂ ਆਪਦਾ ਟਾਈਮ ਪਾਸ ਆਪਦੇ ਉਸ ਨਾਲ ਹੀ ਕਰ ਰਹੇ ਹੈਗੇ। ਹੁਣ ਉਹ ਬੈਠਾ ਵਿਚਾਰਾ ਬਾਹਰ ਬੈਠਾ ਹੈਗਾ ਡਾਕਟਰ, ਉਹ ਸਾਡੇ ਦੁੱਖ 'ਚ ਨਾ, ਮੇਰੇ ਦੁੱਖ 'ਚ ਵੀ ਗਿਆ ਗਾ ਵਿਚਾਰਾ, ਸਾਡੇ ਨਾਲ ਰਾਤਾਂ ਕੱਟੀਆਂ ਨੇ, ਇਹਦੇ ਦੁੱਖ 'ਚ ਬਥੇਰਾ ਗਿਆ ਗਾ। ਅਜੇ ਆਪਦੇ ਨਾਲੋਂ ਤਾਂ ਜੀ ਦੂਜਾ ਚੰਗਾ ਗਾ, ਅਜੇ ਵਿਚਾਰਾ ਰਾਤ ਨੂੰ ਵਗ ਜਾਂਦੇ, ਰਾਤ ਨੂੰ ਵੀ ਨਹੀਂ ਸਾਨੂੰ ਕਦੇ ਜਵਾਬ ਦਿੱਤਾ ਹੈਗਾ, ਦਿਨੇ ਵਗ ਜੇ ਭਾਵੇਂ ਰਾਤ ਨੂੰ ਵਗ ਜੀ। ਅਸੀਂ ਤਾਂ ਉਸੇ ਦਾ ਦੱਸ ਗਾਵਾਂਗੇ ਜਿਹੜਾ ਕੋਈ ਸਾਨੂੰ ਖੜਾ ਕਰੂਗਾ ਆ ਕੇ। ਪਟਿਆਲਾ ਦੇ ਇੱਕ ਸਾਡੇ ਕੇ ਚੰਡੀਗੜ੍ਹ ਦੇ ਇੱਕ ਸਾਡੇ ਨਾਲ ਰਿਹਾ ਗਾ, ਉਹ ਵਿਚਾਰਾ ਜਿਉਂਦਾ ਬਾਦ ਰਹੇ ਨਹੀਂ ਪਏ। ਘਰ ਦਾ ਤਾਂ ਕੋਈ ਨਹੀਂ ਹੈਗਾ ਕਿਸੇ ਦਾ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਨੂੰ ਇਸ ਤਰ੍ਹਾਂ ਬਿਮਾਰੀ ਹੈ, ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਹੋਣਾ, ਹੁਣ ਬਹੁਤ ਸਾਰੇ ਲੋਕਾਂ ਨੂੰ ਮੈਂ ਮਿਲ ਕੇ ਆਇਆ, ਉਹ ਲੋਕ ਡਰਦੇ ਹੋਏ ਦੱਸਦੇ ਹੀ ਨਹੀਂ, ਉਹ ਕਹਿੰਦੇ ਕਿ ਜੀ ਸਾਨੂੰ ਕੈਂਸਰ ਆ, ਅਸੀਂ ਜੇ ਦੱਸਾਂਗੇ ਨਾ ਤਾਂ ਦੂਸਰੇ ਲੋਕ ਸਾਡੇ ਨਾਲ ਭੇਦਭਾਵ ਕਰਨ ਲੱਗ ਜਾਂਦੇ। ਮੈਂ ਨਹੀਂ ਡਰੀ ਹੈਗੀ ਨਾ, ਮੈਂ ਨਹੀਂ ਡਰੀ, ਮੈਂ ਤਾਂ ਸਾਰਿਆਂ ਨੂੰ ਦੱਸੇਗੀ। ਮੈਨੂੰ ਦੱਸਤਾ ਤੇ ਜਦੋਂ ਇਹਨਾਂ ਨੇ ਰਿਪੋਰਟਾਂ 'ਚ, ਮੈਂ ਤਾਂ ਹਰੇਕ ਨੂੰ ਕਹਿ ਦਿਆ ਕਰ, ਜਿਹਨੂੰ ਪੁੱਛਣ ਆ ਜਾਣੇ। ਹੁਣ ਵੀ ਮੈਂ ਤਾਂ ਹਰੇਕ ਨੂੰ ਕਹਿ ਦਿੰਦੀ ਹਾਂ, ਮੈਂ ਤਾਂ ਕਹਿੰਦੀ ਨਹੀਂ ਫਿਰ ਕੀ ਹੋ ਗਿਆ, ਤਾਂ ਦੁਨੀਆ ਨਾਲ ਹੋ ਰਹੀ ਹੈ ਬਿਮਾਰੀ। ਜੇ ਆਪਾਂ ਡੇਗਾਂਗੇ ਆਪਾਂ ਜ਼ਿਆਦਾ ਬਿਮਾਰ ਹੋਵਾਂਗੇ ਆਪਾਂ, ਵੀ ਇਹ ਤਾਂ ਜਿਹੜੀ ਹੈਗੀ ਆ ਨਾ। ਮੈਂ ਤਾਂ ਡਰਦੀ ਨਹੀਂ ਹੈਗੀ ਜੀ, ਮੈਂ ਤਾਂ ਹੁਣ ਵੀ ਨਹੀਂ ਡਰਦੀ ਵੀ ਜਿਹੜਾ ਰੋਗ ਲੱਗ ਗਿਆ ਹੁਣ ਤਾਂ ਲੱਗ ਗਿਆ। ਬਹੁਤ ਸਾਰੇ ਲੋਕ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਕੈਂਸਰ ਹੋ ਗਿਆ ਤਾਂ ਬਹੁਤ ਸਾਰੇ ਲੋਕ ਤਾਂ ਉਦੋਂ ਹੀ ਢੇਰੀ ਢਾਹ ਕੇ ਬਹਿੰਦੇ, ਪਰ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਬਹੁਤ ਹੌਸਲਾ ਰੱਖਿਆ, ਤੇ ਕਿਉਂਕਿ ਇੱਕ ਛੋਟੀ ਬੇਟੀ ਹੈ, ਇਹਨਾਂ ਦਾ ਵੀ ਹੌਸਲਾ ਤੁਸੀਂ ਹੋ। ਦੇਖਿਆ ਜੀ, ਮੈਂ ਨਹੀਂ ਹੌਸਲਾ ਡੇਗਿਆ ਹੈਗਾ ਜੀ ਨਾ, ਮੈਂ ਹੁਣ ਡੇਗਾਂ। ਮੈਂ ਤਾਂ ਹੁਣ ਵੀ ਐਂ ਕਹਿ ਦਿੰਦੀ ਹਾਂ, ਮੈਂ ਤਾਂ ਹੁਣ ਵੀ ਗੋਲੀ ਲੈ ਕੇ ਮੈਂ ਕਹਿੰਦਾ ਮੈਂ ਵਧੀਆ ਫਿਰਦੀ ਰਹਿੰਦੀ ਹਾਂ। ਜੇ ਨਾ ਗੋਲੀ ਲਵਾਂ ਫੇਰ ਨਹੀਂ ਮੈਂ ਇੱਥੇ ਉੱਠਿਆ ਜਾਂਦਾ। ਹੁਣ ਮੈਂ ਬੈਠਾ ਵੀ ਕਾਹਦੇ ਸਹਾਰੇ ਤੇ, ਪਹਿਲਾਂ ਇਹ ਦੱਸੋ ਵੀ
ਬੈਠ ਨਹੀਂ ਸਕਦੀ ਜੀ ਮੈਂ। ਹੁਣ ਉਹ ਗੁੱਡੀਆਂ ਵਿਚਾਰੀ ਕਰਾਤਾਂ ਆਉਂਦੀਆਂ, ਕੌਣ ਛੱਡਦੇ ਨੇ ਬਗਾਨੇ ਪੁੱਤ, ਉਹ ਵੀ ਵਿਚਾਰੀ ਕਈ ਰਹਿ ਗਈ ਜਵਾਕੜੀ, ਇਹਦਾ ਵੀ ਬਣ ਜੂਗਾ ਦੇਖ ਕਦੇ। ਮੈਂ ਹੌਸਲਾ ਨਹੀਂ ਡਿੱਗ ਗਿਆ ਜੀ। ਮੈਂ ਤਾਂ ਉਸ ਕਰਕੇ ਮੈਨੂੰ ਪੁੱਛਦਾ ਤੈਨੂੰ ਆਹ ਬਿਮਾਰੀ, ਮੈਂ ਕਹਿੰਦੀ ਹਾਂ। ਕਹਿੰਦੀ ਤੈਨੂੰ ਕਿਵੇਂ ਦੱਸਿਆ? ਮੈਂ ਡਾਕਟਰ ਨੇ ਦੱਸਿਆ। ਵੀ ਇਹ ਤਾਂ ਮੂੰਹ 'ਤੇ ਗੱਲਾਂ ਕਰਦੇ ਨੇ ਡਾਕਟਰ, ਹੁਣ ਕਿਹੜਾ ਲੁੱਕ ਰੱਖਦੇ ਨੇ ਜੀ। ਹੁਣ ਤਾਂ ਉਹਦੀ ਦੱਸ ਦਿੰਦੇ ਵੀ ਤੈਨੂੰ ਫਲਾਨੀ ਬਿਮਾਰੀ ਹੈਗੀ। ਉਹ ਮੈਂ ਡਹਾਂ ਨਹੀਂ ਡਿੱਗ ਗਿਆ ਜੀ, ਮੈਂ ਦਿਲ ਨਹੀਂ ਡਿੱਗ ਗਿਆ ਹੈਗਾ। ਮੈਂ ਕੀਮੋ ਲੱਗੇ ਰਹੇ 6 ਮਹੀਨੇ ਕੀਮੋ ਲੱਗਦੀ ਰਹੀ ਆ। ਮੈਂ ਕਦੇ ਰੋਟੀ ਖਾ ਲੈਂਦੀ, ਕਦੇ ਖਾਧੀ ਨਹੀਂ ਜਾਂਦੀ ਸੀ। ਵਾਲ ਬੂਲ ਮੇਰੇ ਸਾਰੇ ਉਤਰ ਗਏ ਤੀ, ਮੇਰੇ ਕੁਛ ਵੀ ਨਹੀਂ ਰਿਹਾ ਤੀ ਜੀ। ਬਾਲਾ ਕਿ ਪੁੱਛਦੇ ਆਂਗੇ, ਮੈਂ ਤਾਂ ਜਮਾ ਐਨ ਹੋ ਗਈ ਤੀ। ਹੁਣ ਵਿਆਹ ਹੁਣ ਮੈਨੂੰ 2 ਸਾਲਾਂ ਦੀ, ਮੈਂ ਕਦੇ ਵਧੀਆ ਮੈਨੂੰ ਸਿਹਾਰੀ ਜੀ ਆ ਜਾਂਦੀ ਹੈ। ਹੁਣ ਮੈਂ ਦਵਾਈ ਖਾਂਦੀ ਹਾਂ, ਗੋਲੀ ਮੈਨੂੰ ਜ਼ਰੂਰ ਲਾ ਕੇ ਦਵਾਈ, ਡਾਕਟਰ ਜੋ ਕੋਲ ਦਵਾਈ ਲਿਖਦਾ ਨਹੀਂ ਹੈਗਾ, ਉਹ ਕੋਲ ਬਾਹਰੋਂ ਮਿਲਦੀ ਨਹੀਂ ਹੈਗੀ। ਅਤੇ ਆਹ ਹੁਣ ਸਾਨੂੰ 3-4 ਮਹੀਨੇ ਦਿੱਕਤ ਆ ਰਹੀ ਹੈ। ਹੁਣ ਅਸੀਂ ਦਵਾਈ ਲਿਆਂਦੀ ਨਹੀਂ ਹੈਗੀ ਜੀ। ਲਿਆਂਦੀ ਇਹ ਕਾਰਨ ਨਹੀਂ ਵੀ ਜਿਹੜਾ ਉਹਨਾਂ ਪਹਾੜੇ 'ਤੇ ਲੱਗਣਗੇ ਪੈਸੇ, ਉਸੇ ਦੀ ਦਵਾਈ ਆਊਗੀ। ਗੱਡੀਆਂ 'ਤੇ ਜੀ ਸਾਨੂੰ ਘੱਟ ਕਿਰਾਇਆ ਪੈਂਦਾ, ਅਸੀਂ ਉਸ ਕਰਕੇ ਹੁਣ ਦਿੱਕਤ ਸਾਨੂੰ ਬਾਹਲੀ ਆ ਰਹੀ ਹੈ। ਜਿੱਦੇ ਗੱਡੀ ਚੱਲ ਪਈ ਉਹਦੇ ਭਾਵੇਂ ਕਿਵੇਂ ਮਰਜ਼ੀ ਜਾਈਏ, ਅਸੀਂ ਉਸੇ ਟਾਈਮ ਦਵਾਈ ਲੈਣ ਜਾਊਂਗੇ। ਹੁਣ ਆਏ ਗੁੱਡੀਆਂ ਮਟਿਆਰਾਂ ਨੇ 3-3 ਦਿਨ ਲੱਗ ਜਾਂਦੇ ਨੇ ਸਾਨੂੰ। ਜਦੋਂ ਤੁਸੀਂ ਇਲਾਜ ਕਰਾਉਣ ਜਾਂਦੇ ਹੋ, ਠੀਕ ਠਾਕ ਸਹੀ ਟਾਈਮ ਤੇ ਮਿਲ ਜਾਂਦੀਆਂ ਦਵਾਈਆਂ? ਕਿਉਂਕਿ ਬਿੱਲ ਜਿੱਦਾਂ ਤੁਸੀਂ ਦੱਸਿਆ ਕਿ ਬਿੱਲ ਨਹੀਂ ਪਾਸ ਹੋ ਪਾਉਂਦੇ, ਔਰ ਫਿਰ ਕਿੰਨਾ ਹਾਲਾਤਾਂ ਦੇ ਵਿੱਚ ਬੰਦਾ ਜਾਂਦਾ ਉੱਥੇ। ਐਂ ਜੀ ਅਸੀਂ ਰਾਤ ਇੱਕ ਦਿਨ ਪਹਿਲਾਂ ਜਾਂਦੇ ਆਂਗੇ, ਤੜਕੇ ਉੱਠ ਕੇ ਸੁਨੇਹਾ ਲੈਣ 'ਚ ਲੱਗਦੇ ਹਾਂ। ਫਿਰ ਉੱਥੇ ਪਰਚੀ ਕੱਟਦੇ ਨੇ, ਪਰਚੀ ਕੱਟਦੇ ਨੇ। ਜਦੋਂ ਕੋਈ ਵਾਰੀ ਆਉਂਦੀ ਹੈ ਫਿਰ ਡਾਕਟਰ ਨੂੰ ਮਿਲਦੇ ਆ। ਫਿਰ ਡਾਕਟਰ ਜੇ ਦਵਾਈ ਲਿਖ ਦੇਗਾ ਜੀ, ਫਿਰ ਬਾਹਰੋਂ ਤਾਂ ਠੀਕ ਮਿਲ ਜਾਂਦੀ ਹੈਗੀ। ਦੁਬਾਰਾ ਤਾਂ ਜਾਣ ਸਾਰੀ ਮਿਲ ਜਾਂਦੀ, ਜੇ ਭੀੜ ਹੋਵੇ ਤਾਂ ਕੀ ਕਹਿਣਾ, ਨਹੀਂ ਮਿਲ ਜਾਂਦੀ ਦਵਾਈ ਤਾਂ। ਐਂ ਵੀ ਦਵਾਈ ਤਾਂ ਹੁਣ ਮਹਿੰਗੀ ਮਿਲਦੀ ਹੈ ਦੇਖ ਜੀ। ਹੁਣ ਤਾਂ ਲਿਖਣੀ ਹੈ ਡਾਕਟਰ ਨੇ ਤਾਂ ਦੇਖਾ। ਐਂ ਵੀ 2-3 ਦਿਨ ਲੱਗ ਜਾਂਦੇ ਨੇ ਸਾਨੂੰ ਗਿਆ ਨੂੰ। ਇੱਕ ਦਿਨ ਤਾਂ ਪਹਿਲਾਂ ਉਂ ਜਾਂਦੇ ਹਾਂ, ਇੱਕ ਦਿਨ ਫਿਰ ਸਾਰਾ ਦਿਨ ਲੈਣ 'ਚ ਲੱਗ ਜਾਂਦੇ ਹਾਂ। ਹੱਥ ਨੇ ਦਵਾਈ ਲੈ ਕੇ ਤੜਕੇ ਨੂੰ ਫਿਰ ਆਉਂਦੇ ਆ ਕੇ ਅਸੀਂ ਰਾਤ ਨੂੰ ਵੜਦੇ ਹਾਂ। 8 ਵਾਲੀ ਗੱਡੀ 'ਤੇ ਆਉਂਦੇ ਹੁੰਦੇ ਰਾਤ ਨੂੰ। ਫਿਰ ਉੱਥੋਂ ਤੁਰ ਕੇ ਆਉਂਦੇ ਜੇ ਲਟਾ ਪਿੰਗ ਹੁੰਦੀ ਵੀ ਬਰੇਟਿਆਂ ਤੋਂ। ਹੁਣ ਕੀ ਕਰੀਏ ਜੀ, ਮਜਬੂਰੀਆਂ ਨੇ, ਫਿਰ ਸਰਦਾ ਨਹੀਂ ਹੈਗੇ ਜਾਏ ਬਿਨਾਂ। ਇਮੋਸ਼ਨਲ ਨਾ ਹੋਵੋ, ਕਿਉਂਕਿ ਤੁਸੀਂ ਰੋਵੋਗੇ ਤਾਂ ਕਿਉਂਕਿ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਤੁਹਾਡੇ ਤੇ ਹੈ। ਛੋਟੀ ਬੇਟੀ ਹੈ, ਫਿਰ ਉਹਦਾ ਵੀ ਹੌਸਲਾ ਟੁੱਟੂਗਾ। ਭਾਈ ਸਾਹਿਬ ਹੁਣੀ ਜਿਨ੍ਹਾਂ ਨੇ ਸਾਰਾ ਦਿਨ ਮੰਜੇ ਤੇ ਬੈਠਣਾ, ਇਹਨਾਂ ਦਾ ਹੌਸਲਾ ਵੀ ਤੁਸੀਂ ਹੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਉਹਨਾਂ ਦਾ ਵੀ ਹੌਸਲਾ ਟੁੱਟਦਾ। ਇਹ ਤਾਂ ਹੈਗੀ ਆ ਵੀਰੇ। ਫਿਰ ਅਸੀਂ ਵੀ ਇਸੇ ਸਿਰ ਤੇ ਫਿਰਦੇ ਦੀ ਭੱਜੇ ਵੀਰੇ। ਹੁਣ ਆਈ ਕਿਹੜਾ ਪਤਾ ਸੀ ਵੀ ਐਡਾ ਆਪ ਨਾਲ ਵੀ ਇਹੀ ਕੁਛ ਬਣਨਾ ਹੋਇਆ। ਸੰਤਾ ਜੀ ਕੀ ਮੈਂ ਸੀ। ਤੁਹਾਨੂੰ ਵੀ ਕਹੂੰਗਾ ਪਲੀਜ਼ ਤੁਸੀਂ ਰੋਵੋ ਨਾ, ਕਿਉਂਕਿ ਇਹ ਜਿਹੜੀਆਂ ਦੁੱਖ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ, ਰੋਵੋ ਨਾ ਤੁਸੀਂ, ਰੋਵੋ ਨਾ ਪਲੀਜ਼ ਭਾਜੀ, ਰੋਵੋ ਨਾ, ਰੋਵੋ ਨਾ, ਕਿਉਂਕਿ ਦੁੱਖ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ ਇਨਸਾਨ ਤੇ। ਕਿਉਂਕਿ ਤੁਸੀਂ ਰੋਵੋਗੇ, ਛੋਟੇ ਛੋਟੇ ਬੱਚੇ ਨੇ, ਛੋਟੀ ਗੁੜੀਆ ਹੈ, ਬਿਮਾਰੀਆਂ ਚਲੋ ਇਲਾਕੇ ਦੇ ਵਿੱਚ ਪਾਣੀ ਦੀ ਵਜ੍ਹਾ ਜਾਂ ਜਿਵੇਂ ਵੀ ਹੈਗੀਆਂ ਨੇ, ਪਰ ਰੋਵੋ ਨਾ ਤੁਸੀਂ, ਕਿਉਂਕਿ ਪਰਿਵਾਰ ਦਾ ਹੌਸਲਾ ਹੋ ਤੁਸੀਂ। ਇਹੀ ਸਾਡੀ ਗੁਜ਼ਾਰਿਸ਼ ਹੈ ਤੁਹਾਨੂੰ, ਕਿਉਂਕਿ ਤੁਸੀਂ ਇਮੋਸ਼ਨਲ ਹੋਵੋਗੇ, ਫਿਰ ਜਿਨ੍ਹਾਂ ਨੇ ਸਾਰਾ ਦਿਨ ਘਰ ਦੇ ਅੰਦਰ ਬੈਠਣਾ ਹੈ, ਫਿਰ ਉਹੀ ਚੀਜ਼ਾਂ ਘੁੰਮਦੀਆਂ ਨੇ ਬੰਦੇ ਦੇ ਦਿਮਾਗ ਦੇ ਵਿੱਚ। ਕੋਈ ਸਰਕਾਰ ਤੋਂ ਕੁਝ ਹੈ ਡਿਮਾਂਡ ਭਾਜੀ ਤੁਹਾਡੀ? ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੋ ਤੁਸੀਂ ਤਾਂ ਕਹਿ ਸਕਦੇ ਹੋ। ਰੋਵੋ ਨਾ ਪਲੀਜ਼, ਰੋਵੋ ਨਾ, ਹੌਸਲਾ ਰੱਖੋ, ਕਿਉਂਕਿ ਛੋਟੀ ਜਿਹੀ ਗੁੜੀਆ ਹੈ, ਛੋਟੀ ਬੱਚੀ ਹੈ, ਉਹਦਾ ਹੌਸਲਾ ਵੀ ਤੁਸੀਂ ਹੋ। ਕਿਉਂਕਿ ਉਹ ਸਾਰਾ ਦਿਨ ਕੰਮ ਕਰਦੀ ਹੈ ਤਾਂ ਉਹਦਾ ਹੌਸਲਾ ਤੁਸੀਂ ਹੋ, ਉਸ ਕੁੜੀ ਦਾ ਵੀ ਹੌਸਲਾ। ਕੁਝ ਕਹੋਗੇ? ਸਰਕਾਰ ਤੋਂ ਕੋਈ ਹੈਗੀ ਹੈ ਮੰਗ ਤਾਂ ਦੱਸੋ, ਅਸੀਂ ਜ਼ਰੂਰ ਤੁਹਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਕਹਿਣਾ ਚਾਹੋਗੇ ਕੋਈ ਤੁਸੀਂ? ਸਾਡੇ ਤਾਂ ਵੀ ਸਹਾਇਤਾ ਹੋ ਜੇ, ਕੋਈ ਸਹਾਇਤਾ ਕਰਦੇ, ਹਾਂਜੀ, ਸਹਾਇਤਾ ਕਰਦੇ ਕਾਸੇ ਦੀ ਕਾਸੇ। ਸਹਾਇਤਾ ਕਿਸ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ? ਪੈਸੇ ਟਕੇ ਦੀ ਲੈ ਲੈ, ਖਰਚਾ ਕਰ ਚੱਲੀ ਜਾਵੇ। ਕੋਈ ਬੇਰੁਜ਼ਗਾਰੀ ਭੱਤਾ ਜਾਂ ਕੋਈ ਲੱਗੀ ਹੋਈ ਹੈ, ਕੋਈ ਬੇਰੁਜ਼ਗਾਰੀ ਭੱਤਾ ਜਾਂ ਕੋਈ ਸਰਕਾਰੀ ਮਿਲਦੀ ਹੈ ਮਦਦ ਕਿ ਨਹੀਂ? ਉਹ ਤਾਂ ਪਿੜਸਣੇ ਹੈ ਜੀ, ਪਿੜਸਣੇ ਵੀ ਨਹੀਂ ਆਉਂਦੀ ਕਿਤੇ। ਪੈਨਸ਼ਨ ਲੱਗੀ ਹੋਈ ਹੈ ਤੁਹਾਡੀ? ਰੋਕਰੀ ਤੇ ਉਹ ਵੀ ਮਸਾਂ ਅੱਛਾ, ਰੁਕ ਗਈ ਸੀਗੀ ਉਹ ਵੀ? ਕਿਉਂ ਕਿਸ ਵਜ੍ਹਾ ਤੋਂ ਰੁਕ ਗਈ ਸੀ? ਵੀ ਪਤਾ ਨਾ। ਅੱਛਾ, ਹੁਣ ਮਿਲਣ ਲੱਗ ਗਈ। ਕਿੰਨੀ ਪੈਨਸ਼ਨ ਆਉਂਦੀ ਹੈ? 700 ਹੀ ਆਉਂਦਾ ਵੀ ਮਹੀਨੇ ਦਾ। 700 ਰੁਪਏ? ਹਾਂ, 700 ਹੀ ਆਉਂਦਾ ਮਹੀਨੇ ਦਾ। ਹੋਰ ਤਾਂ ਉਹ ਵੀ 2-3 ਮਹੀਨੇ ਬਾਅਦ ਮਿਲੀ ਸੀਗੀ। ਹਾਂ, ਹੁਣ ਕੇਰਾ ਤਾਂ ਮਿਲ ਗਈ ਸੀ, ਹੁਣ ਪਤਾ ਨਹੀਂ ਆਈ ਹੋਣੀ, ਪਤਾ ਨਾ। ਇਹੀ ਹੈ ਬਈ, ਇਹੀ ਕੁੜੀ ਦੇ ਪੜ੍ਹਾਈ ਦੇ ਲਾ ਲਾ, ਭਾਵੇਂ ਕਿਧਰੇ ਲਾ ਲਾ ਤੂੰ। ਇੰਨੇ ਤਾਂ ਪਿਲਸਣ ਨਾਲ ਵੀ ਕੀ ਹੁੰਦਾ ਕਿ ਤਾਂ ਇੰਨੇ ਖਰਚੇ ਹੋ ਰਹੇ ਨੇ। ਹੋਰ ਹੁਣ ਵੀ ਕੋਈ ਕਿਹੜਾ ਕਿਸੇ ਦੇ ਜੀ ਕਰਦਾ ਹੈ ਕਹਿਣ ਨੂੰ। ਹੁਣ ਇਹ ਤਾਂ ਸਾਨੂੰ ਕਿਹੜਾ ਟਿਕਣਾ, ਇਹ ਤਾਂ ਆਪੇ ਬਥੇਰਾ ਕਰਦਾ ਸੀ, ਸਾਨੂੰ ਕੀ ਲੋੜ ਸੀ ਹੁਣ ਇੰਨੇ। ਕਿੱਥੇ ਹੁਣ ਜਵਾਕੜੀ ਕਲਾਸਾਂ ਲੱਗਦੀਆਂ ਨੇ, ਕਿਤੇ ਘਰੇ ਪਰ ਪੜ੍ਹੇ ਬੈਠ ਕੇ। ਹੁਣ ਤਾਂ ਬਹੁਤ ਔਖਾ ਹੋ ਰਿਹਾ। ਕੋਈ ਗੱਲ ਨਹੀਂ, ਤੁਸੀਂ ਹੌਸਲਾ ਬਣਾਏ ਰੱਖੋ, ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਤੱਕ ਜਿਹੜੀ ਤੁਹਾਡੀ ਹੈ ਆਵਾਜ਼ ਪਹੁੰਚਾਉਣ ਦੀ, ਕਿ ਇਹ ਜਿਹੜੀ ਆਵਾਜ਼ ਹੈ ਪਹੁੰਚੇ ਸਰਕਾਰ ਦੇ ਕੰਨਾਂ ਤੱਕ, ਤਾਂ ਕੁਝ ਮਦਦ ਮਿਲੇ। ਬੱਚੀ ਨੂੰ
ਪੜ੍ਹਾ ਲਿਖਾ ਕੇ ਤੁਹਾਡਾ ਸੁਪਨਾ ਕੀ ਸੀ, ਕੀ ਬੱਚੀ ਨੂੰ ਕੀ ਬਣਾਉਣਾ ਚਾਹੁੰਦੇ ਹੋ? ਵੀ ਰੋਟੀ ਦੇ ਸਿਰ ਲੱਗ ਜੇ ਜਵਾਕੜੀ, ਕੋਈ ਬਣ ਜੇ ਟੀਚਰ ਟੂਚਰ, ਚਲ ਇਹਨਾਂ ਕੋਲੇ ਸੌਖੇ ਤਾਂ ਹੋ ਜਾਈਏ, ਆਪਦੇ ਘਰੇ ਜਵਾਕੜੀਆਂ ਕਰਨੀ, ਜੇ ਸੌਖੇ ਹੋਣੇ ਤਾਂ ਸਾਨੂੰ ਵੀ ਮਾੜਾ ਮੋਟਾ ਉਹ ਕਰਨਗੀਆਂ। ਸਾਡਾ ਤਾਂ ਇਹੀ ਹਿੱਸਾ ਜੀ ਵੀ ਚੱਲ ਜਵਾਕੜੀ ਲੱਗ ਜੇ ਆਪਦੇ ਕੰਮ ਤੇ ਕਿਸੇ ਤੇ। ਅਸੀਂ ਪੜ੍ਹਾਈ ਕਰਾਉਂਦੇ ਜੀ, ਖਬਰ ਕੋਈ ਜਵਾਕ ਦੇ ਕਰਮ ਜਾਗ ਜਾਣ ਹੈਂ। ਹੁਣ ਤੇਰੇ ਪਤਾ ਭੁੱਖਾਂ ਦੇ ਕੱਟ ਕੇ ਮਸਾਂ ਹੁਣ ਲੱਗ ਰਹੀ ਹੈ ਜਵਾਕੜੀ, ਹੁਣ ਵੀ ਕਲਾਸਾਂ ਤਾਂ ਲੱਗਦੀਆਂ ਨੇ ਜੀ, ਫਿਰ ਹੁਣ ਕੀ ਕਰੀਏ, ਹੁਣ ਮਜਬੂਰੀਆਂ ਹੋ ਰਹੀਆਂ ਨੇ। ਹੁਣ ਆਏ ਤੀ ਵੀ ਜੇ ਚੱਲ 2000 ਹੋ ਗਿਆ, ਚੱਲ ਦਵਾਈ ਲਿਆਵਾਂਗੇ, ਕਹਿੰਦੇ ਨਹੀਂ ਮੈਨੂੰ ਗੱਡੀਆਂ ਨਾਲ ਚੱਲਣ ਦੀ ਸੰਭਾਵਨਾ ਗੀ, ਜੇ ਚੱਲ ਗਈਆਂ ਗੱਡੀਆਂ ਫਿਰ ਜੀ ਉਹਦੀ ਦਵਾਈ ਲੈਣ ਜਾਣਾ ਪਊਗਾ ਸਾਨੂੰ। ਹੁਣ ਪਿਲਸਣ ਨਾਲ ਕੀ ਹੁੰਦਾ ਜੀ, 700 ਨਾਲ ਤਾਂ ਕੁਛ ਨਹੀਂ ਹੁੰਦਾ ਹੈਗਾ। ਹੁਣ ਇਹ ਤਾਂ ਖੜੀ ਕਹਿੰਦੇ ਫੀਸ ਮੰਗਦੇ ਨੇ, ਕਦੇ ਕਹਿੰਦੇ ਇੰਨੇ ਭਰਨੇ ਨੇ, ਇੰਨੇ ਭਰਨੇ ਨੇ। ਹੁਣ ਇਹਦੀ ਹਿੱਸਾ ਕਿ ਮੇਰੇ ਤੇ ਇਹ ਹਿੱਸਾ ਕਿ ਵੀ ਚੱਲ ਫਿਰ ਇਹਨੂੰ ਔਖੀ ਸੌਖੀ ਹੋ ਕੇ ਇਹਨੂੰ ਤਾਂ ਪੜ੍ਹਾਉਂਗੀ ਜਿੰਨਾ ਕੁ ਪੜੂਗੀ, ਗਾਂ ਇਹਦੇ ਕਰਮਾਂ ਦੀ ਗੱਲ ਹੈ। ਜੇ ਲੱਗ ਜੇ ਚੰਗੀ ਹੈ ਜੀ ਜਵਾਕੜੀ, ਇਹਦੀ ਲੱਗੇ ਆਸ ਆ ਜਾਣ ਵਿਚਾਰੀ ਦੀ। ਹੁਣ ਤੂੰ ਲੈ ਡੇਢ ਕੇ ਜਵਾਕਾਂ ਨੂੰ ਸੁੱਤੇ ਪਏ ਜਾ ਕੇ ਨਹੀਂ ਆਉਂਦੀ, ਜਿਹੜੀਆਂ ਇੰਨੀ ਉਮਰ ਵੀ ਪੂਰੀਆਂ ਹੋ ਰਹੀਆਂ ਨੇ। ਇਸੇ ਨੇ ਵਿਚਾਰ ਰੱਖਿਆ ਜਵਾਕੜੀਆਂ ਨੇ ਵਿਚਾਰਿਆਂ ਨੇ, ਨਹੀਂ ਹੁਣ ਕਿੱਦਾਂ ਦੇ ਪਤਾ ਨਹੀਂ ਕਿੱਥੇ ਰੁਲਦੇ। ਅਸੀਂ ਤਾਂ ਹੀ ਵੀ ਕਹਿੰਦੇ ਵੀ ਗਾਹਾਂ ਵੀ ਚੱਲ ਇਹੀ ਸਾਂਭਣਗੀਆਂ, ਹੋਰ ਕੌਣ ਲੱਗੂਗਾ ਲਵੇ। ਇਹ ਧੀ ਲਾਲ ਹੈ ਜੀ ਮੇਰੇ ਤਾਂ ਇਹੀ ਪੁੱਤ, ਹੋਰ ਕੀ ਕਰੀਏ ਜੀ, ਹੁਣ ਬਹੁਤ ਔਖਾ। ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਇੱਕ ਪਰਿਵਾਰ ਹੈ ਅਕਬਰਪੁਰ ਖੁੜਾਲ ਪਿੰਡ ਦੇ ਵਿੱਚ। ਲਗਾਤਾਰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਆ, ਕਿਉਂਕਿ ਲਗਾਤਾਰ ਖਾਣ ਪੀਣ ਸਾਡਾ ਜ਼ਹਿਰੀਲਾ ਹੋਣ ਕਰਕੇ ਲਗਾਤਾਰ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਰਹੇ ਹਾਂ। ਪਰ ਸਿਆਸਤਦਾਨ ਖਾਸ ਤੌਰ ਤੇ ਜਦੋਂ ਇਲੈਕਸ਼ਨ ਹੁੰਦੇ ਆ, ਉਸ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਉਹਨਾਂ ਦੇ ਨਾਲ। ਪਰ ਬੜੀ ਸ਼ਰਮ ਦੀ ਗੱਲ ਇਹ ਵੀ ਹੈ ਕਿ ਇੱਥੋਂ ਦਾ MLA ਜਿੱਤਣ ਤੋਂ ਬਾਅਦ ਇੱਕ ਵਾਰ ਇਹਨਾਂ ਨੂੰ ਮਿਲਣ ਤੱਕ ਨਹੀਂ ਆਇਆ, ਇਹਨਾਂ ਦੇ ਹਾਲ ਚਾਲ ਜਾਣਨ ਤੱਕ ਨਹੀਂ ਆਇਆ। ਜਿੱਦਾਂ ਇਹਨਾਂ ਨੇ ਕਿਹਾ, ਗੁੜੀਆ ਨੇ ਵੀ ਕਿਹਾ, ਉਹਨਾਂ ਦੀ ਮਦਰ ਨੇ ਜੋ ਕੈਂਸਰ ਦੇ ਪੇਸ਼ੈਂਟ ਨੇ ਔਰ ਉਹਨਾਂ ਦੇ ਜੋ ਪਤੀ ਹੈ ਉਹਨਾਂ ਦੀ ਵੀ ਲੱਤ ਕੱਟੀ ਹੋਈ ਹੈ। ਇਹਨਾਂ ਦੇ ਸਿਰ ਤੇ, ਦੋਵਾਂ ਮਾਵਾਂ ਧੀਆਂ ਦੇ ਸਿਰ ਤੇ, ਮਾਤਾ ਬਿਮਾਰ ਹੈ ਪਰ ਇੱਕ ਛੋਟੀ ਬੇਟੀ, ਦੋਨਾਂ ਦੇ ਸਿਰ ਤੇ ਇਸ ਪੂਰੇ ਘਰ ਦਾ ਗੁਜ਼ਾਰਾ ਚੱਲਦਾ ਹੈ, ਕਿਉਂਕਿ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ, ਕੋਈ ਵਾਲੀ ਵਾਰਸ ਨਹੀਂ ਹੈ। ਇਸੇ ਲਈ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਇਸ ਪੂਰੇ ਘਰ ਨੂੰ ਚਲਾਉਣ ਦੀ। ਪਰ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਦੀ ਜੋ ਗੱਲ ਕੀਤੀ ਸੀ, ਉਹ ਵਾਅਦਾ ਹਵਾਈ ਹੀ ਸਾਬਤ ਹੁੰਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਜੋ ਵਾਅਦੇ ਇਹਨਾਂ ਨੇ ਕੀਤੇ ਸੀ ਇਲੈਕਸ਼ਨ ਤੋਂ ਪਹਿਲਾਂ, ਲੱਗਦਾ ਨਹੀਂ ਕਿ ਉਹਨਾਂ ਤੇ ਕੰਮ ਹੋਇਆ। ਕਿਉਂਕਿ ਜਿੰਨੇ ਵੀ MLA ਸੀ ਵਿਧਾਨ ਸਭਾ ਪਹੁੰਚੇ, ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਵਿਧਾਨ ਸਭਾ ਪਹੁੰਚਾ ਦਿੱਤਾ, ਪਰ ਇੱਥੋਂ ਦੇ MLA ਨੇ ਲੋਕ ਇਹ ਕਹਿੰਦੇ ਆ ਕਿ ਇੱਕ ਵਾਰ ਵੀ ਵਿਧਾਨ ਸਭਾ ਦੇ ਵਿੱਚ ਇਸ ਹਲਕੇ ਦੀ ਆਵਾਜ਼ ਨਹੀਂ ਚੁੱਕੀ, ਕਿਉਂਕਿ ਬਹੁਤ ਸਾਰੇ ਲੋਕ ਇਸ ਇਲਾਕੇ ਦੇ ਜੋ ਹੈ ਕੈਂਸਰ ਦੇ ਮਰੀਜ਼ ਆ, ਪਰ ਇਹਨਾਂ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ, ਕਿਉਂਕਿ ਇਹਨਾਂ ਲੋਕਾਂ ਨੂੰ ਇਲਾਜ ਕਰਾਉਣਾ ਬਹੁਤ ਔਖਾ ਹੋ ਗਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹਨਾਂ ਦੇ ਹਾਲਾਤਾਂ ਦਾ ਕਿ ਇਹਨਾਂ ਦੇ ਕੋਲ ਇੰਨੇ ਪੈਸੇ ਵੀ ਨਹੀਂ ਇਲਾਜ ਕਰਾਉਣ ਦੇ। ਲੱਖ 1.5 ਲੱਖ ਰੁਪਇਆ ਇਹਨਾਂ ਨੇ ਇੱਧਰੋਂ ਉੱਧਰੋਂ ਫੜ ਕੇ, ਐਡਜਸਟ ਕਰਕੇ, ਕਿਤੇੋਂ ਰਿਸ਼ਤੇਦਾਰਾਂ ਤੋਂ ਫੜ ਕੇ ਜਾਂ ਕਿਸੇ ਹੋਰ ਲੋਕਾਂ ਤੋਂ ਫੜ ਕੇ ਇਹਨਾਂ ਨੇ ਆਪਣਾ ਇਲਾਜ ਕਰਾਇਆ। ਪਰ ਹੁਣ ਉਹ ਲੋਕ ਵੀ ਇਹਨਾਂ ਦੇ ਘਰ ਪਹੁੰਚ ਜਾਂਦੇ ਆ ਪੈਸੇ ਲੈਣ ਵਾਸਤੇ, ਕਿਉਂਕਿ ਇਹਨਾਂ ਨੇ ਉਹ ਕਰਜ਼ ਲੈ ਕੇ ਆਪਣਾ ਕੈਂਸਰ ਦਾ ਇਲਾਜ ਕਰਾਇਆ ਸੀ। ਇਸ ਤੋਂ ਬਾਅਦ ਹੁਣ ਦੀ ਜੇ ਗੱਲ ਕਰਦੇ ਆ ਤਾਂ ਇੱਥੋਂ ਤੁਸੀਂ ਇਹਨਾਂ ਦੇ ਜੋ ਮੌਜੂਦਾ ਹਾਲਾਤਾਂ ਦੇ ਹਾਲ ਜੋ ਹੈ ਇਹਨਾਂ ਦੇ ਮੌਜੂਦਾ, ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਰੇਲਾਂ ਚੱਲਣਗੀਆਂ ਉਦੋਂ ਦਵਾਈ ਲੈਣ ਵਾਸਤੇ ਜਾਣਗੇ, ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਰੇਲ ਦਾ ਕਿਰਾਇਆ ਘੱਟ ਹੁੰਦਾ, ਬੱਸ ਦਾ ਕਿਰਾਇਆ ਜ਼ਿਆਦਾ ਲੱਗ ਜਾਂਦਾ, ਕਿ ਜਿੰਨਾ ਕਿਰਾਇਆ ਲੱਗੂ ਉਹਨੇ ਦੀ ਦਵਾਈ ਲੈ ਕੇ ਆ ਜਾਵਾਂਗੇ, ਥੋੜੇ ਦਿਨ ਹੋਰ ਵੱਧ ਦਵਾਈ ਚੱਲ ਜੂਗੀ। ਇਹ ਹਾਲਾਤ ਨੇ ਸਾਡੇ ਪੰਜਾਬ ਦੇ। ਸੋ ਕੈਪਟਨ ਸਾਹਿਬ, ਤੁਹਾਨੂੰ ਹੁਣ ਜਾਗ ਲੈਣਾ ਚਾਹੀਦਾ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਜੋ ਤੁਸੀਂ ਵਾਅਦੇ ਕੀਤੇ ਸੀ ਵੱਡੀਆਂ ਵੱਡੀਆਂ ਗੱਡੀਆਂ ਦੇ ਉੱਪਰ ਹੱਥ ਹਿਲਾਉਂਦੇ ਹੋਏ, ਉਹ ਵਾਅਦੇ ਹੁਣ ਪੂਰੇ ਕਰਨ ਦਾ ਸਮਾਂ ਆ ਗਿਆ, ਕਿਉਂਕਿ ਲੋਕ ਪਿੰਡਾਂ ਦੇ ਵਿੱਚ ਬੈਠੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਹਨਾਂ ਲੋਕਾਂ ਨੇ ਸਰਕਾਰਾਂ ਨੂੰ ਚੁਣਨਾ ਹੁੰਦਾ, ਪਰ ਵੋਟਾਂ ਲੈਣ ਤੋਂ ਬਾਅਦ ਸਿਆਸਤਦਾਨ ਪਤਾ ਨਹੀਂ ਕਿਹੜੀ ਖੁੱਡ ਦੇ ਵਿੱਚ ਵੜ ਜਾਂਦੇ ਆ ਕਿ ਬਾਅਦ ਵਿੱਚ ਲੋਕਾਂ ਨੂੰ ਲੱਭਦੇ ਨਹੀਂ। ਕੈਮਰਾ ਪਰਸਨ ਹਰਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਅਕਬਰਪੁਰ ਖੁੜਾਲ, ਮਾਨਸਾ।